40 ਸਾਲ ਤੁਸੀਂ ਅਧਿਆਪਨ ਦਾ ਕੀਤਾ ਤੇ ਕੋਈ ਛੁੱਟੀ ਨਹੀਂ ਕੀਤੀ। ਜੇ ਦੁਬਾਰਾ ਮੇਰਾ ਜਨਮ ਹੋਵੇ ਤਾਂ ਵੀ ਮੈਂ ਪ੍ਰੋਫੈਸਰ ਬਣਨਾ ਪਸੰਦ ਕਰੂੰਗਾ। ਅਧਿਆਪਕ ਦਾ ਕੰਮ ਜਿਹੜਾ ਨਾ ਉਹ ਕੋਈ ਚਮਕਾਰੇ ਪੈਦਾ ਕਰਨਾ ਨਹੀਂ ਹੁੰਦਾ ਜਾਂ ਬੰਬ ਚਲਾਉਣਾ ਨਹੀਂ ਹੁੰਦਾ। ਉਸਨੇ ਆਪਣੀ ਐਗਜ਼ਾਮਪਲ ਦੇ ਨਾਲ ਇੱਕ ਮਾਰਗਦਰਸ਼ਨ ਕਰਨਾ ਹੁੰਦਾ ਵਿਦਿਆਰਥੀਆਂ ਦਾ। ਅਧਿਆਪਕ ਜਿਹੜਾ ਹੈ ਉਹ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਉਸ ਦੀ ਕਿਸਮ ਬਦਲ ਦਿੰਦਾ, ਪੱਥਰ ਤੋਂ ਹੀਰਾ ਬਣਾ ਦਿੰਦਾ। ਸਾਡੇ ਦੇਸ਼ ਦੇ ਵਿੱਚ ਨਾ ਇੱਕੋ ਢੰਗ ਵਰਤਿਆ ਜਾਂਦਾ ਅਧਿਆਪਨ ਦਾ। ਹਾਂਜੀ, ਅਧਿਆਪਨ ਦੇ 6-7 ਢੰਗ ਹਨ। ਵਿਦਿਆਰਥੀ ਨਲਾਇਕ ਨਹੀਂ ਹੁੰਦਾ, ਉਸ ਨੂੰ ਠੀਕ ਕਿਸਮ ਦਾ ਅਧਿਆਪਕ ਨਹੀਂ ਮਿਲਿਆ ਹੁੰਦਾ। ਮੈਨੂੰ ਬਹੁਤ ਅਫਸੋਸ ਹੁੰਦਾ ਕਈ ਵਾਰੀ ਸਾਡੇ ਸਕੂਲ ਦੇ ਵਿੱਚ ਵੀ ਕਈ ਅਧਿਆਪਕ ਕਿਸੇ ਵਿਦਿਆਰਥੀ ਨੂੰ ਕਹਿੰਦੇ ਹੁੰਦੇ ਸੀ, ਤੂੰ ਜ਼ਿੰਦਗੀ ਵਿੱਚ ਜੋ ਮਰਜ਼ੀ ਕਰ ਲੈ, ਤੂੰ ਧੱਕੇ ਹੀ ਖਾਏਂਗਾ। ਜਿਹੜੇ ਵਿਦਿਆਰਥੀ ਕੰਧਾਂ ਟੱਪ ਕੇ ਸਕੂਲ ਵਿੱਚੋਂ ਚਲੇ ਜਾਂਦੇ ਹਨ ਨਾ, ਉਹ ਦੌੜਦੇ ਬਹੁਤ ਹਨ, ਜ਼ਿੰਦਗੀ ਵਿੱਚ ਪਹੁੰਚਦੇ ਕਿਧਰੇ ਨਹੀਂ। ਮੈਂ ਤਾਂ ਵਿਦਿਆਰਥੀਆਂ ਨੂੰ ਕਹਿਣਾ ਕਿ ਹਿਸਟਰੀ ਜਿਹੜਾ ਨਾ ਇਹ ਕੋਈ ਇੰਪੋਰਟੈਂਟ ਸਬਜੈਕਟ ਨਹੀਂ ਮੰਨਿਆ ਜਾਂਦਾ, ਪਰੰਤੂ ਜੇਕਰ ਤੁਸੀਂ ਅਵਲ ਆ ਸਕਦੇ ਹੋ, ਕੁਝ ਨਵਾਂ ਕਰ ਸਕਦੇ ਹੋ ਤਾਂ ਹਿਸਟਰੀ ਵਿੱਚ ਜਾਓ। ਤੁਹਾਨੂੰ ਸਕੂਲਾਂ ਦਾ ਢਾਂਚਾ ਹੈ ਜਿਹੜਾ ਪੜ੍ਹਾਉਣ ਦਾ ਜਾਂ ਅਧਿਆਪਕਾਂ ਦਾ ਤਰੀਕਾ ਜਾਂ ਜਿੰਨਾ ਵੀ ਸਾਡਾ ਸਿਲੇਬਸ ਜੋ ਸਾਨੂੰ ਪੜ੍ਹਾਇਆ ਜਾਂਦਾ, ਇਹ ਢਾਂਚਾ ਤੁਹਾਨੂੰ ਪਸੰਦ ਹੈ? ਪਹਿਲਾਂ ਤਾਂ ਇਹ ਵੇਖਣ ਦੀ ਲੋੜ ਹੈਗੀ ਹੈ ਕਿ ਤੁਹਾਡਾ ਬੱਚਾ ਇੰਟਰੋਵਰਟ ਹੈ ਕਿ ਐਕਸਟਰੋਵਰਟ ਹੈ। ਬਿਲਕੁਲ ਉਸ ਹਿਸਾਬ ਨਾਲ ਉਸ ਨੂੰ ਜਿਹੜਾ ਨਾ ਉਹ ਪਾਓ। ਜਿਹੜਾ ਇੰਟਰੋਵਰਟ ਹੋਏਗਾ, ਜਦੋਂ ਕੋਈ ਰਿਸ਼ਤੇਦਾਰ ਆਉਂਦਾ ਤਾਂ ਕਹੀਦਾ ਵੀ ਆ ਅੰਕਲ ਨੂੰ ਮਿਲ ਲੈ, ਉਹ ਕਮਰੇ 'ਚ ਉਹ ਆ ਤਾਂ ਜਾਏਗਾ, ਪਰੰਤੂ ਉਹਦੇ ਚਿਹਰੇ ਦਾ ਪ੍ਰਭਾਵ ਇਹ ਹੈ ਕਿ ਕਿਉਂ ਮੈਨੂੰ ਤੰਗ ਕਰਦੇ ਹੋ, ਮੈਂ ਕੰਮ ਕਰ ਰਿਹਾ ਆਪਣਾ। ਉਸ ਕਲਾਸ ਦੇ ਵਿੱਚ ਮੇਰੇ ਵਿਦਿਆਰਥੀ ਹੀ ਨਹੀਂ, ਹੋਰ ਡਿਪਾਰਟਮੈਂਟਸ ਦੇ ਵਿਦਿਆਰਥੀ ਵੀ ਜਿਹੜੇ ਸੀ ਆ ਜਾਂਦੇ ਸੀਗੇ। ਤੇ ਪਰ ਉਹਨਾਂ ਨੂੰ ਮੈਂ ਕਿਹਾ ਹੋਇਆ ਸੀਗਾ ਕਿ ਸਵਾਲ ਪੁੱਛਣ ਦਾ ਅਧਿਕਾਰ ਜਿਹੜਾ ਹੈ ਮੇਰੇ ਵਿਦਿਆਰਥੀਆਂ ਨੂੰ ਹੈ, ਬਾਹਰਲੇ ਵਿਦਿਆਰਥੀਆਂ ਨੂੰ ਨਹੀਂ। ਮੈਂ ਦੁਨੀਆ ਦੇ 40 ਮੁਲਕ ਘੁੰਮੇ ਹੋਏ ਆ, ਇਸ ਢੰਗ ਨਾਲ ਘੁੰਮੇ ਹੋਏ ਆ। ਉਹ ਐਟਲਸ ਦੇ ਕਾਰਨ ਮਤਲਬ ਕਹਿਣ ਦਾ ਹੈ ਕਿ ਜੇ ਤੁਸੀਂ ਮੇਰੇ ਤੋਂ ਪੁੱਛੋ ਨਾ ਕਿ ਫਲਾਣਾ ਦੇਸ਼ ਕਿੱਥੇ ਹੈ, ਮੈਨੂੰ ਦੁਨੀਆ ਦੇ ਨਕਸ਼ੇ 'ਤੇ ਪਤਾ ਕਿ ਉਹ ਉੱਥੇ ਹੈਗਾ। ਸਾਡੇ ਦੇਸ਼ ਦੇ ਵਿੱਚ ਕੁਝ ਵੀ ਕਰੋ ਨਾ, ਵਿਰੋਧਤਾ ਪਹਿਲਾਂ ਤਾਂ ਤੁਹਾਡਾ ਆਪਣਾ ਪਰਿਵਾਰ ਹੀ ਵਿਰੋਧ ਕਰੇਗਾ। ਲੜਕੀ ਜਿਹੜੀ ਹੈ ਡਾਕਟਰ ਬਣਨਾ ਚਾਹੁੰਦੀ ਹੈ, ਕੀ ਤੂੰ ਮੁਰਦਿਆਂ ਦੀ ਚੀਰ ਫਾੜ ਕਰਦੀ ਰਹੇਂਗੀ? ਜੇਕਰ ਸਵੇਰੇ 9 ਤੋਂ 10 ਤੱਕ ਦਾ ਪੀਰੀਅਡ ਮੈਥੇਮੈਟਿਕਸ ਦਾ, ਸਾਰੇ ਫਰਾਂਸ ਦੇ ਵਿੱਚ ਮੈਥੇਮੈਟਿਕਸ ਦਾ ਪੀਰੀਅਡ ਚੱਲ ਰਿਹਾ ਹੋਏਗਾ। ਹੁਣ ਫੈਕਟਰੀਆਂ ਦੇ ਵਿੱਚ ਉਹਨਾਂ ਬੰਦਿਆਂ ਨੂੰ ਲਾਇਆ ਜਾਂਦਾ ਜਿਹੜੇ ਆਪਣੇ ਬਿਜ਼ਨਸ ਦੇ ਵਿੱਚ ਫੇਲ ਹੋਏ ਹੁੰਦੇ ਆ, ਕਿਉਂਕਿ ਉਹ ਜਾਣਦੇ ਹੁੰਦੇ ਆ ਕਿ ਕਾਮਯਾਬੀ, ਜਿਹੜਾ ਬੰਦਾ ਹਾਰਦਾ ਹੈ ਨਾ, ਉਸ ਨੂੰ ਪਤਾ ਹੁੰਦਾ ਵੀ ਜਿੱਤਣਾ ਕਿਵੇਂ ਹੈ। ਸਤਿ ਸ਼੍ਰੀ ਅਕਾਲ, ਮੈਂ ਰੁਪਿੰਦਰ ਕੌਰ ਸੰਧੂ। ਪ੍ਰੋਗਰਾਮ ਦਸਤਕ 'ਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ। ਪ੍ਰੋਗਰਾਮ ਦਸਤਕ ਦੇ ਅਗਲੇ 10 ਐਪੀਸੋਡ ਅਸੀਂ ਡਾਕਟਰ ਨਰਿੰਦਰ ਸਿੰਘ ਕਪੂਰ ਹੁਣਾਂ ਨਾਲ ਕਰਾਂਗੇ। ਇਸ ਚੈਨਲ 'ਤੇ ਮੈਂ ਪਹਿਲਾਂ ਵੀ 2-3 ਮੁਲਾਕਾਤਾਂ ਉਹਨਾਂ ਨਾਲ ਕਰ ਚੁੱਕੀ ਹਾਂ। ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਦੇਖ ਸਕਦੇ ਹੋ। ਉਹਦੇ ਵਿੱਚ ਆਪਾਂ ਉਹਨਾਂ ਨਾਲ ਉਹਨਾਂ ਦੀਆਂ ਕਿਤਾਬਾਂ ਬਾਰੇ, ਉਹਨਾਂ ਦੀ ਜ਼ਿੰਦਗੀ ਬਾਰੇ ਗੱਲਬਾਤ ਕੀਤੀ ਸੀ। ਪਰ ਹੁਣ ਸਾਡਾ ਜਿਹੜੇ ਦਸਤਕ ਦੇ ਅਗਲੇ ਐਪੀਸੋਡ ਹੋਣਗੇ, ਆਪਾਂ ਵੱਖਰੇ ਵਿਸ਼ਿਆਂ 'ਤੇ ਜਿਨ੍ਹਾਂ 'ਤੇ ਉਹ ਲਿਖਦੇ ਰਹੇ ਨੇ, ਉਹਨਾਂ ਉੱਪਰ ਉਹਨਾਂ ਨਾਲ ਗੱਲਬਾਤ ਕਰਾਂਗੇ। ਅਤੇ ਸਾਡਾ ਸਭ ਤੋਂ ਪਹਿਲਾ ਵਿਸ਼ਾ ਹੈ ਜਿਹੜਾ ਉਹ ਇਹੀ ਹੋਏਗਾ ਕਿ ਇੱਕ ਅਧਿਆਪਕ ਦਾ ਨਿਆਣਿਆਂ ਦੀ ਜ਼ਿੰਦਗੀ ਦੇ ਵਿੱਚ ਕੀ ਰੋਲ ਹੋਣਾ ਚਾਹੀਦਾ। ਉਹਨਾਂ ਦੀਆਂ ਹੀ ਲਿਖੀਆਂ ਹੋਈਆਂ 2 ਸਤਰਾਂ ਮੈਂ ਤੁਹਾਨੂੰ ਦੱਸਦੀ ਹਾਂ। ਉਹ ਲਿਖਦੇ ਨੇ ਕਿ ਡਾਕਟਰਾਂ ਦੀਆਂ ਗਲਤੀਆਂ ਕਬਰਾਂ ਦੇ ਵਿੱਚ ਦਫਨਾਈਆਂ ਜਾਂਦੀਆਂ ਨੇ ਅਤੇ ਅਧਿਆਪਕਾਂ ਦੀਆਂ ਗਲਤੀਆਂ ਨੂੰ ਅਸੀਂ ਜੇਲ੍ਹਾਂ 'ਚ ਭੁਗਤਦੇ ਹਾਂ। ਇਸ ਵਿਸ਼ੇ ਦੇ ਉੱਪਰ ਅੱਜ ਆਪਾਂ ਉਹਨਾਂ ਨਾਲ ਗੱਲਬਾਤ ਕਰਨ ਲਈ ਆਏ ਹਾਂ। ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ। ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਹੈ ਤੁਹਾਡਾ? ਬਹੁਤ ਵਧੀਆ, ਅੱਜ ਹੋਰ ਵੀ ਵਧੀਆ ਹੋ ਗਏ। ਥੈਂਕ ਯੂ। ਮੈਂ ਤੁਹਾਨੂੰ ਹਰੇਕ ਇੰਟਰਵਿਊ ਸ਼ੁਰੂ ਕਰਨ ਤੋਂ ਪਹਿਲਾਂ ਕਹਿੰਦੀ ਹੁੰਦੀ ਹਾਂ ਕਿ ਤੁਸੀਂ ਬਹੁਤ ਚੜ੍ਹਦੀ ਕਲਾ ਵਾਲੇ ਹੋ, ਹੈ ਨਾ? ਅਤੇ ਪਰ ਮੈਨੂੰ ਹੋਰ ਵੀ ਵਧੀਆ ਲੱਗਦਾ ਹੁੰਦਾ ਕਿ ਤੁਸੀਂ ਥੋੜ੍ਹਾ ਉੱਚਾ ਸੁਣਦੇ ਹੋ ਨਾ, ਤਾਂ ਮੈਨੂੰ ਬੜੀ ਐਨਰਜੀ ਨਾਲ ਤੁਹਾਨੂੰ ਸਵਾਲ ਕਰਨਾ ਪੈਂਦਾ। ਅਤੇ ਤੁਸੀਂ ਜਿਵੇਂ ਆਪਣਾ ਵਿਸ਼ਾ ਸੁਣਿਆ ਕਿ ਅੱਜ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਅਧਿਆਪਕ ਦਾ ਰੋਲ ਬੱਚੇ ਦੀ ਜ਼ਿੰਦਗੀ 'ਚ ਕਿਵੇਂ ਦਾ ਹੋਣਾ ਚਾਹੀਦਾ, ਹੈ ਨਾ? 40 ਸਾਲ ਤੁਸੀਂ ਅਧਿਆਪਨ ਦਾ ਕੀਤਾ ਅਤੇ ਕੋਈ ਛੁੱਟੀ ਨਹੀਂ ਕੀਤੀ।
ਤੁਹਾਡਾ ਇਹ ਜਿਹੜਾ ਪ੍ਰੋਫੈਸ਼ਨ ਸੀ ਤੁਹਾਨੂੰ ਕਿਵੇਂ ਦਾ ਲੱਗਿਆ, ਕਿਵੇਂ ਦਾ ਰਿਹਾ ਤੁਹਾਡਾ ਅਧਿਆਪਕ ਹੋਣ ਦੇ ਨਾਤੇ ਸਫ਼ਰ ਸਾਰਾ? ਮੈਂ ਬਹੁਤੀਆਂ ਗੱਲਾਂ ਜਿਹੜੀਆਂ ਨਾ ਆਪਣੇ ਤਜਰਬੇ ਤੋਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ, ਹਾਂਜੀ। ਕਿਉਂਕਿ ਮੈਂ ਬਹੁਤ ਸਾਰੀਆਂ ਥਾਵਾਂ 'ਤੇ ਪੜ੍ਹਾਈ ਕੀਤੀ ਹੂੰ। ਤੇ ਆਮ ਬੰਦੇ ਨਾਲੋਂ 4 ਗੁਣਾ ਇਮਤਿਹਾਨ ਦਿੱਤੇ ਹਾਂਜੀ। ਤੇ ਸਾਰੀ ਜ਼ਿੰਦਗੀ ਯੂਨੀਵਰਸਿਟੀ ਦੇ ਵਿੱਚ ਅਧਿਆਪਨ ਕੀਤਾ। ਪਹਿਲਾਂ ਕਾਲਜ ਦੇ ਵਿੱਚ ਕੀਤਾ 5 ਸਾਲ। ਹੂੰ। ਲਗਭਗ 5 ਵਿਸ਼ੇ ਮੈਂ ਜ਼ਿੰਦਗੀ ਦੇ ਵਿੱਚ ਪੜ੍ਹਾਏ। ਅੰਗਰੇਜ਼ੀ ਪੜ੍ਹਾਈ, ਪੰਜਾਬੀ ਪੜ੍ਹਾਈ, ਜਰਨਲਿਜ਼ਮ ਪੜ੍ਹਾਇਆ, ਫਿਲਾਸਫੀ ਪੜ੍ਹਾਈ, ਹਾਂਜੀ। ਸਾਈਕੋਲੋਜੀ ਪੜ੍ਹਾਈ। ਹੂੰ। ਤੇ ਬਹੁਤ ਸਾਰੇ ਵਿਦਿਆਰਥੀ ਮੇਰੇ ਸੰਪਰਕ ਵਿੱਚ ਆਏ, ਬਹੁਤ ਸਾਰੇ ਲੋਕ ਸੰਪਰਕ ਵਿੱਚ ਆਏ। ਲਿਖਣਾ ਸ਼ੁਰੂ ਕੀਤਾ। ਲਿਖਣ ਦੇ ਸੰਬੰਧ ਦੇ ਵਿੱਚ ਉਹ ਅਧਿਆਪਕ ਦਾ ਰਿਸ਼ਤਾ ਜਿਹੜਾ ਹੈ ਉਹ ਹੋਰ ਵੀ ਜ਼ਿਆਦਾ ਗੂੜਾ ਹੋ ਜਾਂਦਾ, ਹਾਂਜੀ। ਕਿਉਂਕਿ ਜਿਹੜਾ ਅਧਿਆਪਕ ਦਾ ਕੰਮ ਹੈ ਨਾ ਉਹ ਹੈ ਪੜ੍ਹਨਾ, ਪੜ੍ਹਾਉਣਾ ਤੇ ਲਿਖਣਾ। ਹਾਂਜੀ। ਬਹੁਤੇ ਅਧਿਆਪਕ ਜਿਹੜੇ ਹੈਗੇ ਆ ਉਹ ਪੜ੍ਹ ਕੇ ਇਮਤਿਹਾਨ ਪਾਸ ਕਰਕੇ ਪੜ੍ਹਾਉਣ ਲੱਗ ਜਾਂਦੇ ਹੈਗੇ ਆ, ਉਹ ਆਪ ਪੜ੍ਹਨਾ ਲਗਭਗ ਬੰਦ ਕਰ ਦਿੰਦੇ ਆ। ਹਾਂਜੀ। ਤੇ ਲਿਖਣਾ ਜਿਹੜਾ ਹੈ ਉਹ ਲਗਭਗ 10% ਅਧਿਆਪਕ ਜਿਹੜਾ ਹੈ ਉਹ ਕਰਦੇ ਹੈਗੇ ਆ। ਹਾਂਜੀ। ਲਿਖਣ ਦੇ ਨਾਲ ਤੁਹਾਡਾ ਪੜ੍ਹਿਆ, ਲਿਖਿਆ, ਸੁਣਿਆ, ਸਮਝਿਆ, ਵੇਖਿਆ, ਪਰਖਿਆ ਸਾਰਾ ਕੁਝ ਜਿਹੜਾ ਹੈ ਨਾਪਿਆ ਤੋਲਿਆ ਜਾਂਦਾ ਹੈ। ਹਾਂਜੀ। ਤੁਸੀਂ ਜ਼ਿੰਦਗੀ ਦੇ ਵਿੱਚ ਜੋ ਕੁਝ ਕੀਤਾ ਉਸ ਦਾ ਸਾਰਾ ਮੁਲਾਂਕਣ ਜਿਹੜਾ ਹੈਗਾ ਉਹ ਤੁਹਾਡੀ ਲਿਖਤ ਦੇ ਰਾਹੀਂ ਹੋ ਜਾਂਦਾ ਹੈਗਾ। ਤੇ ਅਧਿਆਪਕ ਦਾ ਜਿਹੜਾ ਕਿੱਤਾ ਹੈ ਇਸ ਵਰਗਾ ਹੋਰ ਕੋਈ ਕਿੱਤਾ ਹੈ ਨਹੀਂ। ਹਾਂਜੀ। ਸੌਫਟ ਹੈ, ਮਤਲਬ ਕਿ ਇਹ ਕੋਈ ਬਹੁਤਾ ਬੋਝ ਪਾਉਣ ਵਾਲਾ, ਤਣਾਅ ਪੈਦਾ ਕਰਨ ਵਾਲਾ ਕਿੱਤਾ ਨਹੀਂ ਹੈ। ਹਾਂਜੀ। ਜੇਕਰ ਇਸ ਨੂੰ ਮਾਣਨ ਲੱਗ ਜਾਵੇ ਅਧਿਆਪਕ ਤਾਂ ਉਹ ਕਮਾਲ ਕਰ ਦਿੰਦਾ ਹੈਗਾ। ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਅੱਛੇ ਅਧਿਆਪਕ ਆਏ। ਹਾਂਜੀ। ਉਹਨਾਂ ਨੇ ਜੋ ਕੁਝ ਸਿਖਾਇਆ ਉਸ ਦੇ ਨਾਲ ਜ਼ਿੰਦਗੀ ਨੂੰ ਸੇਧ ਮਿਲਦੀ ਗਈ। ਅਧਿਆਪਕ ਦਾ ਕੰਮ ਜਿਹੜਾ ਨਾ ਉਹ ਕੋਈ ਚਮਕਾਰੇ ਪੈਦਾ ਕਰਨਾ ਨਹੀਂ ਹੁੰਦਾ, ਜਾਂ ਬੰਬ ਚਲਾਉਣਾ ਨਹੀਂ ਹੁੰਦਾ, ਜਾਂ ਆਤਿਸ਼ਬਾਜ਼ੀ ਜਾਂ ਫੁੱਲਚੜੀਆਂ ਚਲਾਉਣਾ ਨਹੀਂ ਹੁੰਦਾ, ਕਰਾਮਾਤਾਂ ਕਰਨਾ ਨਹੀਂ ਹੁੰਦਾ। ਉਸ ਨੇ ਆਪਣੀ ਐਗਜ਼ਾਮਪਲ ਦੇ ਨਾਲ ਇੱਕ ਮਾਰਗਦਰਸ਼ਨ ਕਰਨਾ ਹੁੰਦਾ ਵਿਦਿਆਰਥੀਆਂ ਦਾ। ਜਿਹੜੀ ਤੁਸੀਂ ਗੱਲ ਕੀਤੀ ਹੈ ਕਿ 40 ਸਾਲਾਂ ਦੇ ਵਿੱਚ ਛੁੱਟੀ ਦੀ ਲੋੜ ਹੀ ਨਹੀਂ ਪਈ। ਹਾਂਜੀ। ਮੈਨੂੰ ਆਪਣਾ ਕੰਮ ਜਿਹੜਾ ਸੀ ਇੰਨਾ ਚੰਗਾ ਲੱਗਦਾ ਸੀ ਕਿ ਮੈਨੂੰ ਛੁੱਟੀ ਲੈਣ ਦੀ ਲੋੜ ਨਹੀਂ ਪਈ। ਉਹਦੇ ਕਈ ਕਾਰਨ ਸੀ। ਇੱਕ ਤਾਂ ਕਾਰਨ ਇਹ ਸੀ ਕਿ ਮੈਂ ਸਕੂਲ ਦੇ ਵਿੱਚ 8ਵੀਂ 9ਵੀਂ ਅਤੇ 10ਵੀਂ ਦੇ ਵਿੱਚ ਸਕੂਲ ਦੀ ਕੰਧ ਉੱਤੇ ਖਬਰਾਂ ਦੇਖਦਾ ਹੁੰਦਾ ਸੀ। ਹਾਂਜੀ। ਅਤੇ ਇਸ ਕਰਕੇ ਮੈਂ ਗੈਰ ਹਾਜ਼ਰ ਨਹੀਂ ਸੀ ਹੁੰਦਾ ਅਤੇ ਮੈਨੂੰ ਉੱਥੋਂ ਰੈਗੂਲਰ ਰਹਿਣ ਦੀ ਆਦਤ ਪੈ ਗਈ। ਅਤੇ ਕਾਲਜ ਅਤੇ ਯੂਨੀਵਰਸਿਟੀ ਦੇ ਵਿੱਚ ਬਹੁਤੇ ਅਧਿਆਪਕ ਜਿਹੜੇ ਹੈਗੇ ਆ ਉਹ ਪਹਿਲਾ ਪੀਰੀਅਡ ਲੈਣ ਤੋਂ ਕਤਰਾਉਂਦੇ ਆ। ਹਾਂਜੀ। ਮੈਂ ਸਾਰੀ ਜ਼ਿੰਦਗੀ ਪਹਿਲਾ ਪੀਰੀਅਡ ਹੀ ਲਿਆ। ਅੱਛਾ ਜੀ। ਉਸ ਨਾਲ ਕੀ ਹੁੰਦਾ ਕਿ ਪਹਿਲਾ ਪੀਰੀਅਡ ਲੱਗ ਜਾਂਦਾ। ਮੇਰੀ ਵਾਈਫ ਨੇ ਨਹੀਂ ਵੀ ਛੁੱਟੀ ਕੀਤੀ ਕਦੀ, ਕਿਉਂਕਿ ਅਸੀਂ ਦੋਵੇਂ ਇਕੱਠੇ ਜਾਂਦੇ ਸੀਗੇ। ਅਤੇ ਬਲਕਿ ਜਦੋਂ ਮੇਰੀ ਅਪੁਆਇੰਟਮੈਂਟ ਹੋ ਗਈ ਯੂਨੀਵਰਸਿਟੀ ਦੇ ਵਿੱਚ, ਮੈਂ ਉਸ ਦਿਨ ਮਹਿਸੂਸ ਕੀਤਾ ਕਿ ਮੇਰੀ ਇੱਕ ਬੜੀ ਵੱਡੀ ਜ਼ਿੰਦਗੀ ਦੀ ਇੱਛਾ ਪੂਰੀ ਹੋਈ ਹੈ। ਹੁਣ ਮੈਂ ਇੱਕ ਮਿਸਾਲੀ ਅਧਿਆਪਕ ਬਣਨਾ ਚਾਹਾਂਗਾ, ਤਾਂ ਕਿ ਮੈਂ ਇੱਕ ਐਗਜ਼ਾਮਪਲ ਸੈੱਟ ਕਰ ਸਕਾਂ ਕਿ ਮੈਂ ਅਧਿਆਪਕ ਹਾਂ। ਅਧਿਆਪਕ ਦਾ ਰੋਲ ਕੀ ਹੁੰਦਾ ਹੈ। ਮੈਂ ਇੱਕ ਮਤਲਬ ਨਿੱਕੀ ਜਿਹੀ ਗੱਲ ਸੁਣਾਉਣਾ ਤੁਹਾਨੂੰ। ਇੱਕ ਪਾਰਕ ਦੇ ਵਿੱਚ ਇੱਕ ਅਧਿਆਪਕ ਬੈਠਾ ਸੀ ਅਤੇ ਇੱਕ ਵਿਦਿਆਰਥੀ ਜਿਹੜਾ ਸੀ ਉਸ ਦਾ ਰਿਹਾ ਹੋਇਆ, ਉਹਨੇ ਉਹਨੂੰ ਜਾ ਕੇ ਨਮਸਕਾਰ ਕਹੀ ਅਤੇ ਪੁੱਛਿਆ ਵੀ ਤੁਸੀਂ ਮੈਨੂੰ ਪਛਾਣਿਆ? ਅਤੇ ਅਧਿਆਪਕ ਦੀ ਜ਼ਿੰਦਗੀ ਵਿੱਚ ਬੜੇ ਸਟੂਡੈਂਟਸ ਆਉਂਦੇ ਆ। ਬਿਲਕੁਲ। ਅਤੇ ਉਸ ਵਿਦਿਆਰਥੀ ਨੇ ਕਿਹਾ ਕਿ ਮੈਂ ਤੁਹਾਨੂੰ ਵੇਖ ਕੇ ਆਪ ਅਧਿਆਪਕ ਬਣਿਆ। ਉਸਨੇ ਕਿਹਾ ਕਿ ਇੱਕ ਵਾਰੀ ਕੀ ਹੋਇਆ, ਕਲਾਸ ਦੇ ਵਿੱਚ ਇੱਕ ਵਿਦਿਆਰਥੀ ਨਵੀਂ ਘੜੀ ਬੰਨ੍ਹ ਕੇ ਆਇਆ ਸੀ ਅਤੇ ਉਸ ਦੀ ਉਹ ਘੜੀ ਜਿਹੜੀ ਸੀਗੀ ਉਹ ਚੋਰੀ ਹੋ ਗਈ। ਕਹਿੰਦਾ ਚੋਰੀ ਵੀ ਮੈਂ ਕੀਤੀ ਸੀ। ਅੱਛਾ ਜੀ। ਅਤੇ ਉਸ ਨੇ ਅਧਿਆਪਕ ਨੂੰ ਸ਼ਿਕਾਇਤ ਕੀਤੀ। ਸ਼ਿਕਾਇਤ ਕਰਕੇ ਅਤੇ ਅਧਿਆਪਕ ਨੇ ਦਰਵਾਜ਼ਾ ਬੰਦ ਕਰ ਦਿਆ ਕਮਰੇ ਦਾ, ਅਤੇ ਉਸ ਨੇ ਸਾਰਿਆਂ ਦੀ ਤਲਾਸ਼ੀ ਲੈਣੀ ਸ਼ੁਰੂ ਕੀਤੀ। ਅਤੇ ਮੈਂ ਕੋਈ 5ਵਾਂ 26ਵਾਂ ਵਿਦਿਆਰਥੀ ਸੀ, 40 ਦੀ ਕਲਾਸ ਸੀ, ਅਤੇ ਮੇਰੇ ਤੋਂ ਅਧਿਆਪਕ ਨੂੰ ਘੜੀ ਮਿਲ ਗਈ। ਪਰੰਤੂ
ਉਸ ਅਧਿਆਪਕ ਨੇ ਬਾਕੀ ਵਿਦਿਆਰਥੀਆਂ ਦੀ ਵੀ ਤਲਾਸ਼ੀ ਲੈਣੀ ਜਾਰੀ ਰੱਖੀ। ਹਾਂਜੀ। ਉਹਨੇ 40 ਦੇ 40 ਦੀ ਤਲਾਸ਼ੀ ਲਈ ਤੇ ਉਸਨੇ ਬਾਅਦ ਵਿੱਚ ਅਨਾਉਂਸ ਕੀਤਾ ਕਿ ਘੜੀ ਮਿਲ ਗਈ ਹੈ। ਕਹਿੰਦਾ ਮੈਂ ਤੁਸੀਂ ਮੇਰਾ ਨਾਂ ਵੀ ਲੈ ਸਕਦੇ ਸੀ ਕਿ ਇਸ ਤੋਂ ਮਿਲੀ ਹੈ, ਪਰੰਤੂ ਤੁਸੀਂ ਨਾਂ ਨਹੀਂ ਲਿਆ। ਤੁਸੀਂ ਇਸ ਗੱਲ ਨੂੰ ਆਪਣੀ ਸਿਆਣਪ ਦੇ ਨਾਲ ਨਜਿੱਠ ਲਿਆ। ਕਹਿੰਦਾ ਉਸ ਤੋਂ ਮੈਂ ਪ੍ਰੇਰਨਾ ਲੈ ਕੇ ਮੈਂ ਵੀ ਫੈਸਲਾ ਕੀਤਾ ਉਸੇ ਦਿਨ ਕਿ ਮੈਂ ਵੀ ਅਧਿਆਪਕ ਬਣਾਂਗਾ। ਹਾਂਜੀ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਅਧਿਆਪਕ ਇੱਕ ਹੀ ਚਾਹੀਦਾ ਹੁੰਦਾ ਹੈ। ਅਰਜਨ ਵਾਸਤੇ ਇੱਕ ਹੀ ਕ੍ਰਿਸ਼ਨ ਚਾਹੀਦਾ ਹੈਗਾ। ਉਸ ਅਰਜਨ ਨੇ ਕ੍ਰਿਸ਼ਨ ਤੋਂ ਗੀਤਾ ਅਖਵਾ ਲਈ। ਇਹ ਵਿਦਿਆਰਥੀ ਦਾ ਰੋਲ ਹੈ ਤੇ ਕ੍ਰਿਸ਼ਨ ਜਿਹੜਾ ਹੈ ਉਹ ਅਧਿਆਪਕ ਦਾ ਰੋਲ ਜਿਹੜਾ ਸੀ ਦੱਸ ਰਿਹਾ ਸੀ ਬਈ ਉਹ ਉਸ ਨੂੰ ਸਮਝਾ ਰਿਹਾ ਸੀ। ਤੇ ਕਿਵੇਂ ਅਧਿਆਪਕ ਜਿਹੜਾ ਨਾ ਉਹ ਕਾਇਆ ਕਲਪ ਕਰ ਦਿੰਦਾ ਹੈਗਾ। ਮਿਸਾਲ ਦੇ ਤੌਰ ਤੇ ਕਾਲਿੰਗਾ ਦੇ ਮੈਦਾਨ ਵਿੱਚ ਜਦੋਂ ਅਸ਼ੋਕ ਨੂੰ ਗਿਆਨ ਹੋ ਗਿਆ ਬਿਲਕੁਲ, ਤਾਂ ਉਸ ਨੇ ਚੁੱਕੇ ਹੋਏ ਹਥਿਆਰ ਸੁੱਟ ਦਿੱਤੇ ਸੀ। ਤੇ ਕੁਰੂਖੇਤਰ ਦੇ ਮੈਦਾਨ ਵਿੱਚ ਜਦੋਂ ਅਰਜਨ ਨੂੰ ਗਿਆਨ ਹੋ ਗਿਆ ਤਾਂ ਉਸ ਨੇ ਸੁੱਟੇ ਹੋਏ ਹਥਿਆਰ ਚੁੱਕ ਲਏ ਸੀ। ਸੋ ਇਹ ਕਾਇਆ ਕਲਪ ਹੋ ਜਾਂਦਾ ਹੈਗਾ। ਅਧਿਆਪਕ ਜਿਹੜਾ ਹੈ ਉਹ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਉਸ ਦੀ ਕਿਸਮ ਬਦਲ ਦਿੰਦਾ, ਪੱਥਰ ਤੋਂ ਹੀਰਾ ਬਣਾ ਦਿੰਦਾ। ਸੋ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਅਧਿਆਪਕ ਆਏ, ਬਹੁਤ ਚੰਗੇ ਅਧਿਆਪਕ ਆਏ ਤੇ ਉਹ ਅਧਿਆਪਕ ਜਿਹੜੇ ਹਨ ਕਈਆਂ ਦਾ ਮਾਣ ਹੁੰਦਾ ਕਿ ਮੈਂ ਉਸ ਅਧਿਆਪਕ ਦਾ ਵਿਦਿਆਰਥੀ ਹਾਂ। ਕਈ ਵਾਰੀ ਹੰਕਾਰ ਵੀ ਹੁੰਦਾ ਕਿ ਮੈਂ ਉਸ ਅਧਿਆਪਕ ਦਾ ਵਿਦਿਆਰਥੀ ਹਾਂ। ਤੇ ਉਸ ਅਧਿਆਪਕ ਦਾ ਵਿਦਿਆਰਥੀ ਹੋਣ ਦੇ ਨਾਤੇ ਉਸ ਦੀ ਜ਼ਿੰਮੇਵਾਰੀ ਵੀ ਬਣ ਜਾਂਦੀ ਹੈ ਕਿ ਮੈਂ ਉਸ ਅਧਿਆਪਕ ਤੋਂ ਪੜ੍ਹਿਆ ਹੋਇਆ, ਇਸ ਕਰਕੇ ਮੇਰਾ ਵਿਹਾਰ ਵੀ ਮਿਸਾਲੀ ਹੋਣਾ ਚਾਹੀਦਾ ਹੈ। ਸੋ ਮੈਂ ਜੇ ਦੁਬਾਰਾ ਮੇਰਾ ਜਨਮ ਹੋਵੇ ਤਾਂ ਵੀ ਮੈਂ ਪ੍ਰੋਫੈਸਰ ਬਣਨਾ ਪਸੰਦ ਕਰੂੰਗਾ। ਤੇ ਪ੍ਰੋਫੈਸਰ ਬਣਨ ਦੇ ਵਿੱਚ ਜੋ ਆਨੰਦ ਆਇਆ ਉਸ ਦੀ ਕੋਈ ਹੋਰ ਕੰਪੈਰੀਜ਼ਨ ਕੀਤਾ ਨਹੀਂ ਜਾ ਸਕਦਾ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਪ੍ਰਾਪਤੀ ਸੀ, ਬਹੁਤ ਵੱਡੀ ਦੇਣ ਸੀ, ਬਹੁਤ ਵੱਡਾ ਯੋਗਦਾਨ ਸੀ, ਬਹੁਤ ਵੱਡਾ ਤੋਹਫਾ ਸੀ, ਮੌਜ ਸੀ ਜ਼ਿੰਦਗੀ ਦੇ ਵਿੱਚ। ਹਾਂ, ਜਿਵੇਂ ਤੁਸੀਂ ਕਹਿੰਦੇ ਹੋ ਨਾ ਕਿ ਜੇ ਕੋਈ ਬੱਚਾ ਨਾਕਾਮਯਾਬ ਹੁੰਦਾ ਹੈ ਨਾ ਤਾਂ ਉਹ ਨਾਕਾਮਯਾਬੀ ਅਧਿਆਪਕ ਦੀ ਹੁੰਦੀ ਆ। ਪਰ ਬਹੁਤ ਸਾਰੇ ਜਿਹੜੇ ਪੜ੍ਹਾਉਣ ਵਾਲੇ ਨੇ ਉਹ ਇਹ ਵੀ ਕਹਿੰਦੇ ਹੁੰਦੇ ਆ ਕਿ ਅਸੀਂ ਤਾਂ ਸਾਰੇ ਵਿਦਿਆਰਥੀਆਂ ਨੂੰ ਇੱਕੋ ਜਿਹਾ ਪੜ੍ਹਾ ਰਹੇ ਹਾਂ, ਉਹਦੇ 'ਚੋਂ ਬਹੁਤ ਸਾਰੇ ਕਾਮਯਾਬ ਵੀ ਹੋ ਜਾਂਦੇ ਨੇ ਤੇ ਬਹੁਤ ਸਾਰੇ ਨਲਾਇਕ ਨਿਕਲ ਜਾਂਦੇ ਨੇ। ਤੁਸੀਂ ਇਸ ਚੀਜ਼ ਨੂੰ ਅਧਿਆਪਕ ਦੀ ਕਾਮਯਾਬੀ ਜਾਂ ਨਾਕਾਮਯਾਬੀ 'ਚ ਮੰਨਦੇ ਹੋ? ਸਾਡੇ ਦੇਸ਼ ਦੇ ਵਿੱਚ ਨਾ ਇੱਕੋ ਢੰਗ ਵਰਤਿਆ ਜਾਂਦਾ ਅਧਿਆਪਨ ਦਾ। ਹਾਂਜੀ। ਅਧਿਆਪਨ ਦੇ 6-7 ਢੰਗ ਹਨ। ਕੁਝ ਵਿਦਿਆਰਥੀ ਜਿਹੜੇ ਆ ਨਾ ਐਗਜ਼ਾਮਪਲ ਨਾਲ ਸਿੱਖਦੇ ਆ, ਕੁਝ ਪ੍ਰੈਕਟੀਕਲ ਨਾਲ ਸਿੱਖਦੇ ਆ। ਇੱਕ ਲੜਕੀ ਸੀ, ਬੜੀ ਚੰਚਲ ਸੀ, ਉਹ ਕਲਾਸ ਦੇ ਵਿੱਚ ਬੈਠਦੀ ਨਹੀਂ ਸੀ। ਤੇ ਮਤਲਬ ਕਿ ਅਧਿਆਪਕ ਜਿਹੜੀ ਸੀ ਉਹ ਜਿਹੜੇ ਉਹਨਾਂ ਨੂੰ ਪੜ੍ਹਾਉਂਦੇ ਸੀਗੇ ਉਹ ਬੜੇ ਪਰੇਸ਼ਾਨ ਸੀ ਉਸ ਤੋਂ, ਕਿਉਂਕਿ ਉਹ ਕੁਝ ਨਾ ਕੁਝ ਕਰਦੀ ਰਹਿੰਦੀ ਸੀਗੀ, ਚੰਚਲ ਸੀਗੀ ਬੜੀ ਉਹ। ਤੇ ਸਾਰੇ ਉਸ ਨੂੰ ਨਲਾਇਕ ਸਮਝਦੇ ਸੀ ਕਿਉਂਕਿ ਉਸ ਦੀ ਪੜ੍ਹਾਈ ਦੇ ਵਿੱਚ ਕੋਈ ਦਿਲਚਸਪੀ ਉਵੇਂ ਨਹੀਂ ਸੀ ਲੈਂਦੀ। ਇੱਕ ਟੀਚਰ ਆਈ ਉਹਦੀ ਜ਼ਿੰਦਗੀ ਦੇ ਵਿੱਚ। ਹਾਂਜੀ। ਉਸਨੇ ਕਿਹਾ ਕਿ ਤੂੰ ਮੈਨੂੰ ਮਿਲੀ। ਉਹ ਉਸ ਨੂੰ ਮਿਲੀ, ਉਸਨੇ ਉਸ ਨਾਲ ਕੁਝ ਚਿਰ ਗੱਲ ਕੀਤੀ ਤੇ ਉਸ ਨੇ ਉਸ ਨੂੰ ਡਾਂਸ ਸਿਖਾਉਣ ਵਾਸਤੇ ਪ੍ਰੇਰਨਾ ਦਿੱਤੀ ਵੀ ਤੂੰ ਡਾਂਸ ਸਿੱਖ, ਨੱਚਣਾ ਸਿੱਖ। ਉਹਦਾ ਜਿਹੜਾ ਚੰਚਲਤਾ ਸੀ ਨਾ ਉਸ ਨੂੰ ਸੇਧ ਮਿਲ ਗਈ। ਉਹ ਇੱਕ ਬੜੀ ਵੱਡੀ ਡਾਂਸਰ ਬਣ ਗਈ। ਕਹਿਣ ਤੋਂ ਭਾਵ ਹੈਗਾ ਕਿ ਜਿਸ ਅਧਿਆਪਕ ਨੇ ਉਸ ਨੂੰ ਪਛਾਣਿਆ ਕਿ ਇਹ ਇਸ ਖੇਤਰ ਦੇ ਵਿੱਚ ਕਾਮਯਾਬ ਹੋ ਸਕਦੀ ਹੈਗੀ ਹੈ, ਉਹ ਅਧਿਆਪਕ ਸੀ ਅਸਲ ਵਿੱਚ ਉਸ ਦੀ ਜ਼ਿੰਦਗੀ ਦੇ ਵਿੱਚ ਜਿਹੜਾ ਆਇਆ। ਕੁਝ ਵਿਦਿਆਰਥੀ ਜਿਹੜੇ ਹਨ ਉਹ ਗਾ ਕੇ ਸਿੱਖਦੇ ਹਨ। ਮੈਂ ਦੇਖਿਆ ਕਿ ਜੇਕਰ ਸਕੂਲ ਦੀ ਟੀਚਰ ਜਿਹੜੀ ਹੈ ਨਾ ਛੋਟੀਆਂ ਕਲਾਸਾਂ ਦੇ ਵਿੱਚ ਵਿਦਿਆਰਥੀਆਂ ਨੂੰ ਗਾਣਾ ਅਤੇ ਨੱਚਣਾ ਸਿਖਾਵੇ ਨਾ, ਗਾ ਕੇ ਅਤੇ ਨੱਚ ਕੇ ਪੜ੍ਹਾਵੇ ਤਾਂ ਉਹ ਵਿਦਿਆਰਥੀ ਕਦੇ ਗੈਰ ਹਾਜ਼ਰ ਹੀ ਨਹੀਂ ਹੋਏਗਾ। ਉਹ ਬਲਕਿ ਸਕੂਲ ਲੱਗਣ ਤੋਂ ਪਹਿਲਾਂ ਪਹੁੰਚ ਜਾਇਆ ਕਰਨਗੇ। ਅਧਿਆਪਕ ਜਿਹੜਾ ਹੈ ਉਹ ਵਿਦਿਆਰਥੀ ਦੀ ਜ਼ਿੰਦਗੀ ਦੇ ਵਿੱਚ ਰੌਣਕ ਪੈਦਾ ਕਰਦਾ, ਉਸ ਦੇ ਵਿੱਚ ਜਗਿਆਸਾ ਪੈਦਾ ਕਰਦਾ, ਉਸ ਦੇ ਵਿੱਚ ਇੱਕ ਕਿਉਰਿਓਸਿਟੀ ਪੈਦਾ ਕਰਦਾ ਕਿ ਇਹ ਗਿਆਨ ਪ੍ਰਾਪਤ ਕਰੇ। ਸੋ ਮੈਂ ਕਈ ਵਾਰੀ ਵਿਦਿਆਰਥੀਆਂ ਨੂੰ ਪੁੱਛਿਆ ਵੀ ਸੀ ਇੱਕ ਵਾਰੀ ਬਈ ਜੇ ਤੁਹਾਡੇ ਮਾਪੇ ਆ ਜਾਣ ਤਾਂ ਉਹ ਤੁਹਾਨੂੰ ਕਿੱਥੇ ਲੱਭਣ, ਕਿੱਥੇ ਲੱਭਣ ਜਿੱਥੇ ਤੁਸੀਂ ਮਿਲ ਜਾਓ? ਕੀ ਤੁਹਾਨੂੰ ਕੈਂਟੀਨ ਦੇ ਵਿੱਚ ਲੱਭਣ, ਕੀ ਤੁਹਾਨੂੰ ਬਾਗ ਦੇ ਵਿੱਚ ਬੈਠੇ ਹੋਏ ਦੇ ਲੱਭਣ, ਕੀ ਤੁਹਾਨੂੰ ਕਲਾਸ ਦੇ ਵਿੱਚ ਲੱਭਣ,
ਕਿ ਤੁਹਾਨੂੰ ਲਾਇਬ੍ਰੇਰੀ ਦੇ ਵਿੱਚ ਲੱਭਣ। ਇੱਕ ਨੇ ਕਿਹਾ ਕਿ ਮੈਂ ਚਾਹਾਂਗਾ ਕਿ ਮੈਨੂੰ ਉਹ ਲਾਇਬ੍ਰੇਰੀ ਵਿੱਚ ਲੱਭਣ ਅਤੇ ਮੈਂ ਉਹਨਾਂ ਨੂੰ ਲਾਇਬ੍ਰੇਰੀ ਵਿੱਚ ਲੱਭ ਜਾਵਾਂ। ਹਾਂਜੀ। ਕਹਿਣ ਤੋਂ ਭਾਵ ਹੈਗਾ ਕਿ ਉਹ ਉਸ ਦੇ ਮਨ ਦੇ ਵਿੱਚ ਕੀ ਸੀ। ਬਹੁਤ ਸਾਰੇ ਵਿਦਿਆਰਥੀ ਯੂਨੀਵਰਸਿਟੀ ਵਿੱਚ ਆਉਂਦੇ ਹੈਗੇ ਹੈ, ਪਰੰਤੂ ਉਹ ਲਾਇਬ੍ਰੇਰੀ ਦਾ ਫਾਇਦਾ ਨਹੀਂ ਉਠਾਉਂਦੇ। ਲਾਇਬ੍ਰੇਰੀ ਜਿਹੜੀ ਹੈ ਨਾ, ਬਿਰਲੇ ਟਾਟੇ ਵੀ ਨਹੀਂ ਬਿਲਡ ਕਰ ਸਕਦੇ। ਲਾਇਬ੍ਰੇਰੀ ਵਕਤ ਨਾਲ ਉਸਰਦੀ ਹੈ, ਮਤਲਬ ਇਹਨੂੰ ਜਿਤਨੀ ਪੁਰਾਣੀ ਹੋਏਗੀ ਉਤਨਾ ਹੀ ਉਹਦੇ ਵਿੱਚ ਭੰਡਾਰ ਹੋਏਗਾ ਕਿਤਾਬਾਂ ਦਾ। ਉਹ ਕਿਤਾਬਾਂ ਜਿਹੜੀਆਂ ਨਾ ਵਕਤ ਦੇ ਨਾਲ ਉਸਰਦੀਆਂ ਹੈਗੀਆਂ। ਸੋ ਵਿਦਿਆਰਥੀ ਨਲਾਇਕ ਨਹੀਂ ਹੁੰਦਾ, ਉਸ ਨੂੰ ਠੀਕ ਕਿਸਮ ਦਾ ਅਧਿਆਪਕ ਨਹੀਂ ਮਿਲਿਆ ਹੁੰਦਾ। ਠੀਕ ਕਿਸਮ ਦਾ ਅਧਿਆਪਕ ਉਸ ਨੂੰ ਮਿਲ ਜਾਵੇ। ਮਿਸਾਲ ਦੇ ਤੌਰ 'ਤੇ ਮੈਥੇਮੈਟਿਕਸ ਜਿਹੜਾ ਸਬਜੈਕਟ ਹੈ ਨਾ, ਉਹਦੇ ਵਿੱਚ ਇੱਕ ਕੁੰਡੀ ਹੈ। ਉਹ ਸਾਰਿਆਂ ਨੂੰ ਔਖਾ ਲੱਗਦਾ। ਕੁੰਡੀ ਜਦੋਂ ਸਮਝ ਆ ਜਾਵੇ ਨਾ ਵਿਦਿਆਰਥੀ ਨੂੰ, ਉਹ ਮੈਥੇਮੈਟਿਕਸ ਨੂੰ ਇਵੇਂ ਪਸੰਦ ਕਰੇਗਾ ਜਿਵੇਂ ਸਾਹਿਤ ਦਾ ਵਿਦਿਆਰਥੀ ਨਾਵਲ ਨੂੰ ਪਸੰਦ ਕਰਦਾ। ਮਤਲਬ ਕਹਿਣ ਦਾ ਇਹ ਹੈ ਕਿ ਉਹ ਕੁੰਡੀ ਜਿਹੜੀ ਹੈ ਨਾ, ਉਹ ਅਧਿਆਪਕ ਨੇ ਦੱਸਣੀ ਹੁੰਦੀ ਹੈ, ਉਹ ਅਧਿਆਪਕ ਨੇ ਖੋਲ੍ਹਣੀ ਹੁੰਦੀ ਹੈ, ਉਹ ਅਧਿਆਪਕ ਨੇ ਉਸ ਨੂੰ ਭੇਤ ਦੇਣਾ ਹੁੰਦਾ ਹੈ, ਉਹ ਅਧਿਆਪਕ ਨੇ ਉਸ ਨੂੰ ਕੁੰਜੀ ਦੇਣੀ ਹੁੰਦੀ ਹੈ ਵੀ ਇਸ ਜਿੰਦੇ ਨਾਲ ਇਹ ਕੁੰਜੀ ਲਾਏਗਾ ਤਾਂ ਖੁੱਲੂਗਾ ਇਹ। ਕਹਿਣ ਤੋਂ ਭਾਵ ਇਹ ਹੈਗਾ ਕਿ ਵਿਦਿਆਰਥੀ ਨਲਾਇਕ ਨਹੀਂ ਹੁੰਦੇ। ਮੈਨੂੰ ਬਹੁਤ ਅਫਸੋਸ ਹੁੰਦਾ, ਕਈ ਵਾਰੀ ਸਾਡੇ ਸਕੂਲ ਦੇ ਵਿੱਚ ਵੀ ਕਈ ਅਧਿਆਪਕ ਕਿਸੇ ਵਿਦਿਆਰਥੀ ਨੂੰ ਕਹਿੰਦੇ ਹੁੰਦੇ ਸੀ, ਤੂੰ ਜ਼ਿੰਦਗੀ ਵਿੱਚ ਜੋ ਮਰਜ਼ੀ ਕਰ ਲੈ, ਤੂੰ ਧੱਕੇ ਹੀ ਖਾਏਗਾ। ਤੂੰ ਕੁਝ ਨਹੀਂ। ਮਤਲਬ ਇਹ ਬੜੀ ਵੱਡੀ ਭੈੜੀ ਗੱਲ ਸੀਗੀ, ਮੈਂ ਸਮਝਦਾ ਸੀਗਾ। ਅਧਿਆਪਕ ਜਿਹੜਾ ਨਾ, ਉਸ ਨੂੰ ਜੇਕਰ ਇਹੀ ਕਹਿ ਦੇਵੇ ਨਾ, ਮੈਂ ਬਹੁਤ ਸਾਰੇ ਵਿਦਿਆਰਥੀ ਹੁੰਦੇ ਹੈਗੇ, ਉਹਨਾਂ ਨੂੰ ਕਹਿਣਾ ਕਿ ਤੂੰ ਥੋੜ੍ਹਾ ਜਿਹਾ ਜਿਹੜਾ ਨਾ ਆਪਣੀ ਲਿਖਾਈ ਸੁਧਾਰ ਲੈ, ਲਿਖਣ ਦਾ ਅਭਿਆਸ ਕਰਿਆ ਕਰ, ਉਸ ਨਾਲ ਤੇਰੇ 10% ਨੰਬਰ ਵੱਧ ਜਾਣਗੇ ਇਮਤਿਹਾਨ ਦੇ ਵਿੱਚ। ਉਸ ਨਾਲ ਤੂੰ ਕਿਧਰੇ ਵੀ ਦਾਖਲ ਹੋਣਾ ਚਾਹੇਗਾ, ਲਿਖਾਈ ਦੇ ਆਧਾਰ 'ਤੇ ਹੀ ਤੇਰਾ ਦਾਖਲਾ ਹੋ ਜਾਏਗਾ। ਸੋ ਉਸ ਨਾਲ ਉਸ ਦੇ ਵਿੱਚ ਉਤਸ਼ਾਹ ਪੈਦਾ ਹੁੰਦਾ ਹੈਗਾ। ਉਹ ਆਪਣੀ ਲਿਖਾਈ ਸੁਧਾਰਦਾ ਅਤੇ ਉਸ ਦੇ ਨਾਲ ਉਹ ਕਿਤੇ ਨਾ ਕਿਤੇ ਪਹੁੰਚ ਜਾਂਦਾ ਹੈਗਾ। ਅਧਿਆਪਕ ਜਿਹੜਾ ਹੈਗਾ ਉਹ ਵਿਦਿਆਰਥੀ ਨੂੰ ਰਾਹ ਪਾਉਂਦਾ ਹੈ। ਉਸ ਨੇ ਸੇਧ ਵੀ ਦੇਣੀ ਹੁੰਦੀ ਹੈ ਅਤੇ ਉਸ ਨੇ ਰਸਤਾ ਵੀ ਦਿਖਾਉਣਾ ਹੁੰਦਾ। ਸੋ ਇਹਨਾਂ ਗੱਲਾਂ ਦੇ ਨਾਲ ਕੀ ਹੁੰਦਾ ਕਿ ਵਿਦਿਆਰਥੀ ਜਿਹੜੇ ਹਨ ਉਹ ਲਾਇਕ ਹੋ ਜਾਂਦੇ ਹਨ। ਜਿਹੜੇ ਵਿਦਿਆਰਥੀ ਕੰਧਾਂ ਟੱਪ ਕੇ ਸਕੂਲ ਵਿੱਚੋਂ ਚਲੇ ਜਾਂਦੇ ਹਨ ਨਾ, ਉਹ ਦੌੜਦੇ ਬਹੁਤ ਹਨ ਜ਼ਿੰਦਗੀ ਵਿੱਚ, ਪਹੁੰਚਦੇ ਕਿਧਰੇ ਨਹੀਂ। ਪਹੁੰਚਦੇ ਕਿਧਰੇ ਨਹੀਂ। ਸੋ ਮੈਨੂੰ ਯਾਦ ਹੈ, ਇੱਕ ਵਿਦਿਆਰਥੀ ਸੀ, ਉਹ ਸਕੂਲੋਂ ਦੌੜ ਜਾਂਦਾ ਸੀ, ਪਰੰਤੂ ਉਸ ਦੀ ਕਿਸੇ ਜਗ੍ਹਾ 'ਤੇ ਸਿਲੈਕਸ਼ਨ ਹੀ ਨਹੀਂ ਸੀ ਹੁੰਦੀ। ਉਸਨੇ ਫਿਰ ਟਿਊਸ਼ਨ ਰੱਖੀ। ਜਿਹੜੀਆਂ ਕਲਾਸ ਦੇ ਵਿੱਚ ਉਹ ਦੌੜਦਾ ਹੁੰਦਾ ਸੀ, ਉਹ ਸਾਰੀ ਕਲਾਸ ਦਾ ਸਿਲੇਬਸ ਦੁਬਾਰਾ ਪੜ੍ਹਿਆ। ਉਸ ਨੇ ਉਹ ਸਮੱਸਿਆ ਜਿਹੜੀ ਸੀ ਹੱਲ ਕੀਤੀ। ਇੱਕ ਹੋਰ ਤੁਹਾਨੂੰ ਮਿਸਾਲ ਦਿੰਦਾ। ਇੱਕ ਵਿਦਿਆਰਥੀ ਸੀ, ਉਹ ਚੈਸ ਦਾ ਨੈਸ਼ਨਲ ਪਲੇਅਰ ਸੀ, ਪਰੰਤੂ ਮੈਥੇਮੈਟਿਕਸ 'ਚੋਂ ਫੇਲ ਹੋ ਜਾਂਦਾ ਸੀ, ਪਾਸ ਨਹੀਂ ਸੀ ਹੁੰਦਾ, ਅਤੇ ਇਸ ਕਰਕੇ ਉਹ ਅੜਿਆ ਹੋਇਆ ਸੀ ਉੱਥੇ। ਜੇ ਕਾਲਜ ਵਿੱਚ ਜਾਵੇ ਤਾਂ ਸੀਨੀਅਰਸ ਦੇ ਵਿੱਚ ਜਾ ਕੇ ਖੇਡ ਸਕਦਾ ਹੈਗਾ। ਕਿਸੇ ਨੇ ਉਸ ਨੂੰ ਕਿਹਾ ਕਿ ਫਲਾਣੇ ਕਾਲਜ ਦੇ ਵਿੱਚ ਨਾ ਪ੍ਰੋਫੈਸਰ ਹੈ ਫਲਾਣਾ ਨਾਂ ਦਾ, ਤੂੰ ਉਹਨੂੰ ਮਿਲ। ਉਹ ਉਸ ਨੂੰ ਮਿਲਿਆ। ਉਸ ਨੇ ਕਿਹਾ ਵੀ ਮੈਂ ਸਕੂਲ ਦੇ ਵਿਦਿਆਰਥੀਆਂ ਨਾਲ ਨਹੀਂ ਕੋਈ ਗੱਲਬਾਤ ਕਰਦਾ, ਉਹ ਜੂਨੀਅਰ ਕਲਾਸਿਸ ਹੁੰਦੀਆਂ ਹੈਗੀਆਂ। ਅਤੇ ਕਿਸੇ ਨੇ ਉਸ ਨੂੰ ਦੱਸਿਆ, ਉਸ ਪ੍ਰੋਫੈਸਰ ਨੂੰ, ਵੀ ਇਹ ਚੈਸ ਦਾ ਨੈਸ਼ਨਲ ਪਲੇਅਰ ਹੈ। ਉਹ ਅਧਿਆਪਕ ਵੀ ਜਿਹੜਾ ਸੀ, ਪ੍ਰੋਫੈਸਰ ਵੀ ਜਿਹੜਾ ਸੀ, ਉਹਦੇ ਵਿੱਚ ਚੈਸ ਦੇ ਵਿੱਚ ਦਿਲਚਸਪੀ ਸੀ। ਉਸ ਦੀ ਵੀ ਦਿਲਚਸਪੀ ਸੀ, ਉਹਦੀ ਪਤਨੀ ਦੀ ਵੀ ਦਿਲਚਸਪੀ ਸੀ। ਉਸਨੇ ਕਿਹਾ ਫਿਰ ਆਪਾਂ ਗੇਮ ਲਾਉਂਦੇ ਹਾਂ ਇੱਕ। ਉਸਨੇ ਗੇਮ ਲਾਈ ਤਾਂ ਉਸ ਵਿਦਿਆਰਥੀ ਨੇ ਉਸ ਪ੍ਰੋਫੈਸਰ ਨੂੰ ਸ਼ਤਰੰਜ ਦੇ ਵਿੱਚ ਹਰਾ ਦਿੱਤਾ, ਅਤੇ ਉਸ ਤੋਂ ਬਾਅਦ ਉਹਦੀ ਪਤਨੀ ਵੀ ਖੇਡੀ, ਉਸ ਨੂੰ ਵੀ ਹਰਾ ਦਿੱਤਾ। ਅਤੇ ਉਹ ਕਹਿੰਦਾ ਤੂੰ ਬਸ ਆ ਜੇ ਕਰ ਹੁਣ ਮੇਰੇ ਕੋਲ। ਮਤਲਬ ਪ੍ਰੋਫੈਸਰ ਨੂੰ ਇਹ ਸੀ ਕਿ ਤੂੰ ਮੇਰੀ ਗੇਮ ਜਿਹੜੀ ਹੈ ਨਾ ਉਸ ਨੂੰ ਨਿਖਾਰ ਦੇਂਗਾ। ਅਤੇ ਅਧਿਆਪਕ ਨੇ ਉਹਦਾ ਸਿਲੇਬਸ ਵੇਖਿਆ। ਸਿਲੇਬਸ ਵੇਖ ਕੇ ਅਤੇ ਉਹਨੇ ਮਹਿਸੂਸ ਕੀਤਾ ਵੀ ਇਹਨੂੰ 40% ਹੈ ਜਿਹੜਾ ਸਿਲੇਬਸ ਹੈ ਨਾ, ਇਹ ਅੜਿੱਕਾ ਬਣਦਾ। ਅਤੇ ਇਹ ਉਸ 40% ਕਰਕੇ ਬਾਕੀ 60% 'ਤੇ ਵੀ ਧਿਆਨ ਨਹੀਂ ਦੇ ਸਕਦਾ। ਉਸਨੇ ਉਸ ਨੂੰ ਕਿਹਾ ਕਿ ਇਹ 40% ਤੋਂ ਰਹਿਣ ਦੇ, ਕਿਉਂਕਿ 3 ਮਹੀਨੇ ਸੀ ਸਾਰੇ ਇਮਤਿਹਾਨ ਹੋਣ ਦੇ ਵਿੱਚ। ਅਤੇ ਉਸ ਜਿਹੜਾ 60% ਸੀ, ਉਸ ਪ੍ਰੋਫੈਸਰ ਨੇ ਉਸ ਨੂੰ ਉਹ 60% ਸਿਲੇਬਸ ਬਾਰ-ਬਾਰ ਕਰਵਾ ਦਿੱਤਾ। ਅਤੇ ਉਸ 60% ਸਿਲੇਬਸ ਦੇ ਵਿੱਚੋਂ ਉਹ 60 ਵਿੱਚੋਂ 58 ਨੰਬਰ ਲੈ ਗਿਆ ਅਤੇ ਉਹ ਪਾਸ ਹੋ ਗਿਆ। ਕਹਿਣ ਤੋਂ ਭਾਵ ਹੈਗਾ ਕਿ ਇਹ ਜਿਹੜੀ ਕੁੰਡੀ ਸੀ ਨਾ, ਇਹ ਜਿਹੜਾ ਢੰਗ ਸੀ, ਉਹ ਉਸ ਪ੍ਰੋਫੈਸਰ ਨੇ ਉਹਨੂੰ ਦੱਸਿਆ ਸੀ ਕਿ ਤੂੰ ਇਵੇਂ ਕਰ, ਇਵੇਂ ਤੂੰ ਕਾਮਯਾਬ ਹੋਏਗਾ।
ਮਤਲਬ ਕਿ ਕਹਿਣ ਤੋਂ ਭਾਵ ਹੈਗਾ ਕਿ ਜਿਹੜੀ ਚੀਜ਼ ਰੁਕਾਵਟ ਬਣਦੀ ਹੈ ਉਸ ਨੂੰ ਕਿਵੇਂ ਹੱਲ ਕਰਨਾ, ਉਸ ਨੂੰ ਕਿਵੇਂ ਨਜ਼ਰਅੰਦਾਜ਼ ਕਰਨਾ, ਜੋ ਆਉਂਦਾ ਹੈਗਾ ਉਸ ਵੱਲ ਕਿਵੇਂ ਧਿਆਨ ਦੇਣਾ, ਇਹ ਪ੍ਰੋਫੈਸਰ ਦਾ, ਅਧਿਆਪਕ ਦਾ ਕਾਰਜ ਹੁੰਦਾ ਹੈਗਾ। ਉਹ ਉਸ ਦੀ ਯੋਗਤਾ ਨੂੰ ਜਗਾ ਦਿੰਦਾ ਹੈਗਾ। ਉਹ ਉਸ ਦੀ ਉਸ ਪੱਖ ਨੂੰ, ਉਹ ਜਿਵੇਂ ਉਹ ਲੜਕੀ ਜਿਹੜੀ ਸੀਗੀ ਉਹ ਕਲਾਸ 'ਚ ਬੈਠਦੀ ਨਹੀਂ ਸੀ, ਪਰੰਤੂ ਇੱਕ ਅਧਿਆਪਕਾ ਨੇ ਉਸ ਨੂੰ ਪਛਾਣ ਲਿਆ ਕਿ ਇਹ ਨੱਚਣ ਦੇ ਵਿੱਚ ਇਹ ਮਾਹਿਰ ਹੋ ਸਕਦੀ ਹੈਗੀ ਹੈ। ਉਸ ਨੇ ਉਸ ਨੂੰ ਉਸ ਖੇਤਰ ਦੇ ਵਿੱਚ ਪਾਇਆ ਤਾਂ ਕਾਮਯਾਬ ਹੋ ਗਈ। ਇਹ ਇੱਕ ਵਿਦਿਆਰਥੀ ਸੀ, ਉਹ ਸੰਗੀਤ ਦੇ ਵਿੱਚ ਉਹਦੀ ਦਿਲਚਸਪੀ ਸੀ, ਅਤੇ ਉਹਦਾ ਫਾਦਰ ਜਿਹੜਾ ਸੀ ਉਸ ਨੂੰ ਮੈਡੀਕਲ ਦੇ ਵਿੱਚ ਦਾਖਲ ਕਰਾਉਂਦਾ ਸੀ, ਕਿਉਂਕਿ ਉਹਦਾ ਜਿਹੜਾ ਸਾਂਢੂ ਸੀ ਉਸ ਦਾ ਪੁੱਤਰ ਮੈਡੀਕਲ ਦੇ ਵਿੱਚ ਸੀ। ਬਹੁਤ ਸਾਰੇ ਪੇਰੈਂਟਸ ਜਿਹੜੇ ਨਾ ਉਹ ਨਕਲ ਮਾਰ ਕੇ ਜਿਹੜਾ ਨਾ ਆਪਣੇ ਬੱਚਿਆਂ ਨੂੰ ਉਸ ਕੋਰਸ ਦੇ ਵਿੱਚ ਪਾ ਦਿੰਦੇ ਆ। ਉਹ ਫੇਲ ਹੋ ਗਿਆ। ਅਗਲੇ ਸਾਲ ਫੇਰ ਉਸ ਨੂੰ ਫਾਦਰ ਨੇ ਸੰਗੀਤ ਦੇ ਵਿੱਚ ਪਾਇਆ, ਅਵਲ ਆਉਣ ਲੱਗ ਪਿਆ। ਕਹਿਣ ਤੋਂ ਭਾਵ ਕਿ ਉਹਦੀ ਯੋਗਤਾ ਸੰਗੀਤ ਵਿੱਚ ਸੀ, ਨਾ ਕਿ ਮੈਡੀਕਲ ਸਾਇੰਸ ਦੇ ਵਿੱਚ ਸੀ। ਸੋ ਬੱਚੇ ਦੀ ਜਿਹੜੀ ਪ੍ਰਵਿਰਤੀ ਹੈ ਉਸ ਨੂੰ ਜੇਕਰ ਤੁਸੀਂ ਪਛਾਣੋ, ਮੈਂ ਆਪਣੇ ਬੱਚਿਆਂ ਨਾਲ ਇਹ ਕੀਤਾ ਹੈਗਾ ਬਈ ਜੋ ਤੁਸੀਂ ਕਰਨਾ ਚਾਹੁੰਦੇ ਹੋ ਕਰੋ। ਇੱਕ ਮੇਰਾ ਬੱਚਾ ਜਿਹੜਾ ਸੀਗਾ ਉਹ ਫੈਸ਼ਨ ਦੇ ਵਿੱਚ ਉਹਦੀ ਦਿਲਚਸਪੀ ਸੀਗੀ, ਫੈਸ਼ਨ ਦੇ ਵਿੱਚ, ਮਤਲਬ ਇੱਥੋਂ ਤੱਕ ਕਿ ਜਿਹੜੀ ਅਮਿਤਾਭ ਬੱਚਨ ਦੀ ਨੂੰਹ ਹੈ ਉਸ ਦੀ ਜਦੋਂ ਹੋ ਰਹੀ ਸੀਗੀ ਵਿਸ਼ਵ ਸੁੰਦਰੀ ਜਾਂ ਜੋ ਕੁਛ ਵੀ ਹੈ, ਮੇਰੇ ਬੇਟੇ ਨੇ ਕਿਹਾ, ਕਹਿੰਦਾ ਜੇ ਜੱਜਮੈਂਟ ਫੇਅਰ ਹੋਈ ਤਾਂ ਇਹ ਅਵਲ ਆਏਗੀ, ਅਤੇ ਉਹੀ ਆਈ। ਅਤੇ ਉਸ ਤੋਂ ਬਾਅਦ ਉਹਨੇ ਫੈਸ਼ਨ ਦਾ ਕੋਰਸ ਕੀਤਾ। ਉਹਨੇ ਇੱਕੋ ਹੀ ਕੰਪੀਟੀਸ਼ਨ ਦਿੱਤਾ, ਉਹ ਫੈਸ਼ਨ ਦਾ ਸੀ। ਨਿਫਟ ਵਿੱਚੋਂ ਉਸਨੇ ਫੈਸ਼ਨ ਦਾ ਕੋਰਸ ਕੀਤਾ। ਉਸ ਤੋਂ ਬਾਅਦ ਅਮਰੀਕਾ ਦੇ ਵਿੱਚ FIT ਦੁਨੀਆ ਦੀ ਜਿਹੜੀ ਹੈ ਇੱਕ ਸੰਸਥਾ ਹੈਗੀ, ਉੱਥੋਂ ਜਾ ਕੇ ਕੋਰਸ ਕੀਤਾ। ਅਤੇ ਹੁਣ ਉਹ ਅਮਰੀਕਾ ਦੀ ਇੱਕ ਵੱਡੀ ਕੰਪਨੀ, ਜਿਵੇਂ ਹਿੰਦੁਸਤਾਨ ਦੇ ਵਿੱਚ ਰੇਮੌਂਡ ਹੈ ਕੱਪੜਿਆਂ ਦੀ, ਉਵੇਂ ਉੱਥੇ ਰਾਲਫ ਲਾਰਨ ਹੈਗੀ ਹੈ, ਉਸ ਦੇ ਵਿੱਚ ਉਹ ਫੈਸ਼ਨ ਡਾਇਰੈਕਟਰ ਹੈਗਾ, ਡਾਇਰੈਕਟਰ ਫੈਸ਼ਨ ਦਾ ਜਿਹੜਾ ਲੱਗਿਆ ਹੋਇਆ। ਉਹ ਕਹਿਣ ਤੋਂ ਭਾਵ ਕਿ ਜਿਹੜੇ ਖੇਤਰ ਦੇ ਵਿੱਚ ਉਹ ਜਾਣਾ ਚਾਹੁੰਦਾ ਉਹ ਜਾਵੇ। ਮੈਂ ਤਾਂ ਵਿਦਿਆਰਥੀਆਂ ਨੂੰ ਕਹਿਣਾ ਕਿ ਹਿਸਟਰੀ ਜਿਹੜਾ ਨਾ ਇਹ ਕੋਈ ਇੰਪੋਰਟੈਂਟ ਸਬਜੈਕਟ ਨਹੀਂ ਮੰਨਿਆ ਜਾਂਦਾ, ਪਰੰਤੂ ਜੇਕਰ ਤੁਸੀਂ ਅਵਲ ਆ ਸਕਦੇ ਹੋ, ਕੁਝ ਨਵਾਂ ਕਰ ਸਕਦੇ ਹੋ ਤਾਂ ਹਿਸਟਰੀ ਵਿੱਚ ਜਾਓ। ਜੇਕਰ ਕੋਈ ਨਵਾਂ ਕਰ ਸਕਦੇ ਹੋ, ਕੁਝ ਵੱਖਰਾ ਕਰ ਸਕਦੇ ਹੋ, ਕੋਈ ਵੱਡੀ ਜਿਹੜੀ ਹੈ ਚੇਂਜ ਲਿਆ ਸਕਦੇ ਹੋ, ਤਾਂ ਉਸ ਫੀਲਡ ਦੇ ਵਿੱਚ ਜਾਓ। ਸੋ ਇਹ ਕੰਮ ਹੈ ਅਧਿਆਪਕ ਦਾ, ਇਹ ਕੰਮ ਹੈ ਉਸ ਦੀ ਯੋਗਤਾ ਨੂੰ ਪਛਾਣਨ ਦਾ। ਜਿਵੇਂ ਆਪਾਂ ਸਾਰੇ ਆਪਣੀ ਜਿਹੜੀ ਸ਼ੁਰੂਆਤ ਆ ਸਕੂਲ ਤੋਂ ਕਰਦੇ ਆ ਨਾ, ਸਕੂਲ ਤੋਂ ਪੜ੍ਹੇ, ਤੁਸੀਂ ਯੂਨੀਵਰਸਿਟੀ ਤੱਕ ਪੜ੍ਹਾਇਆ, ਪਰ ਤੁਹਾਨੂੰ ਸਕੂਲਾਂ ਦਾ ਢਾਂਚਾ ਹੈ ਜਿਹੜਾ ਪੜ੍ਹਾਉਣ ਦਾ, ਜਾਂ ਅਧਿਆਪਕਾਂ ਦਾ ਤਰੀਕਾ, ਜਾਂ ਜਿੰਨਾ ਵੀ ਸਾਡਾ ਸਿਲੇਬਸ ਜੋ ਸਾਨੂੰ ਪੜ੍ਹਾਇਆ ਜਾਂਦਾ, ਇਹ ਢਾਂਚਾ ਤੁਹਾਨੂੰ ਪਸੰਦ ਹੈ? ਆਪਣੇ ਬੱਚਿਆਂ ਨੂੰ ਵੀ ਉਹਨਾਂ ਨੂੰ ਇਉਂ ਸੀ ਕਿ ਮੇਰਾ ਇੱਕ ਬੱਚਾ ਜਿਹੜਾ ਸੀ, ਵੱਡਾ ਲੜਕਾ ਸੀ ਨਾ, ਉਹ ਮੇਰੇ ਘਰ ਟਾਈਪ ਰਾਈਟਰ ਸੀਗੀ, ਅਤੇ ਮੈਂ ਪੇਪਰ ਸੈੱਟ ਕਰਨੇ ਹੁੰਦੇ ਸੀ ਅਤੇ ਹੱਥ ਨਾਲ ਲਿਖਣ ਦੀ ਬਜਾਏ ਟਾਈਪ ਕਰ ਦਿੰਦਾ ਸੀਗਾ, ਉਸ ਨਾਲ ਸੌਖਾ ਹੋ ਜਾਂਦਾ ਸੀਗਾ। ਅਤੇ ਮੈਂ ਯੂਨੀਵਰਸਿਟੀ ਦੇ ਨੇੜੇ ਰਹਿੰਦੇ ਸੀ, ਯੂਨੀਵਰਸਿਟੀ ਦੇ ਵਿੱਚ ਕੰਪਿਊਟਰ ਸੈਂਟਰ ਖੁੱਲ੍ਹਿਆ। ਮੇਰਾ ਬੇਟਾ ਜਿਹੜਾ ਸੀ ਉਹ ਵੱਡੇ ਉੱਚੇ ਕੱਦ ਦਾ ਸੀ, ਅਤੇ ਉਹ 2 ਸਾਲ ਦਾ ਕੋਰਸ ਸੀ ਕੰਪਿਊਟਰ ਵਾਲਿਆਂ ਦਾ। ਉਹ ਫਸਟ ਈਅਰ ਵਾਲੇ ਉਸ ਨੂੰ ਸੈਕੰਡ ਈਅਰ ਦਾ ਵਿਦਿਆਰਥੀ ਸਮਝਦੇ ਸੀ, ਅਤੇ ਸੈਕੰਡ ਈਅਰ ਵਾਲੇ ਉਹਨੂੰ ਫਸਟ ਈਅਰ ਦਾ ਸਮਝਦੇ ਸੀ। ਉਹ ਉੱਥੇ ਚਲਾ ਜਾਂਦਾ ਸੀਗਾ, ਅਤੇ ਉੱਥੇ 2 ਘੰਟੇ ਲਾਇਆ ਹੁੰਦਾ ਸੀ ਬਿਨਾਂ ਵਿਦਿਆਰਥੀ ਬਣੇ। ਮਤਲਬ ਕਹਿਣ ਦਾ ਇਹ ਹੈ ਕਿ ਉਹਦੀ ਬੇਸਿਕ ਟ੍ਰੇਨਿੰਗ ਯੂਨੀਵਰਸਿਟੀ ਵਿੱਚ ਹੀ ਹੋ ਗਈ, ਅਤੇ ਉਸ ਤੋਂ ਬਾਅਦ ਉਹਨੇ IIT ਦਾ ਇਮਤਿਹਾਨ ਦਿੱਤਾ, ਕੋਈ ਟਿਊਸ਼ਨ ਨਹੀਂ ਰੱਖੀ। ਉਹਦੇ ਵਿੱਚ ਉਹਦਾ ਆਲ ਇੰਡੀਆ ਰੈਂਕ 19ਵਾਂ ਆਇਆ, ਅਤੇ ਉਹ ਦਿੱਲੀ ਤੋਂ ਉਹਨੇ ਕੰਪਿਊਟਰ ਸਾਇੰਸ ਦਾ B.Tech ਕੀਤੀ। ਅਤੇ ਉਹ ਕਹਿਣ ਤੋਂ ਭਾਵ ਹੈਗਾ ਕਿ ਉਹਦਾ ਉਸ ਪਾਸੇ ਰੁਝਾਨ ਸੀ। ਜਿਸ ਪਾਸੇ ਕਿਸੇ ਦਾ ਰੁਝਾਨ ਹੋਵੇ ਨਾ, ਉਸ ਪਾਸੇ ਉਹਨੂੰ ਜਾਣ ਦਿਓ। ਕਈਆਂ ਦਾ ਰੁਝਾਨ ਜਿਹੜਾ ਹੈਗਾ ਉਹ ਵਪਾਰ ਦੇ ਵਿੱਚ ਹੁੰਦਾ ਹੈ, ਕਈਆਂ ਦਾ ਸਪੋਰਟਸ ਦੇ ਵਿੱਚ ਹੁੰਦਾ ਹੈ, ਕਈਆਂ ਦਾ ਐਕਸਟਰੋਵਰਟ ਹੁੰਦੇ ਹੈਗੇ, ਐਕਸਟਰੋਵਰਟ ਜਿਹੜੇ ਬਾਹਰਵਾਦੀ ਹੁੰਦੇ ਆ, ਕਈ ਇੰਟਰੋਵਰਟ ਹੁੰਦੇ ਆ ਜਿਹੜੇ ਘਰਵਾਦੀ ਹੁੰਦੇ ਆ, ਘਰ ਦੇ ਅੰਦਰ ਜੜੇ ਰਹਿੰਦੇ ਹੈਗੇ। ਸੋ ਜਿਹੜੇ ਐਕਸਟਰੋਵਰਟ ਹੁੰਦੇ ਆ ਉਹ ਪਹਾੜਾਂ 'ਤੇ ਚੜ੍ਹਨਗੇ, ਫੌਜ ਵਿੱਚ ਜਾਣਗੇ, ਖਤਰੇ ਮੁੱਲ ਲੈਣਗੇ, ਵੱਡੇ ਕੰਮ ਕਰਨਗੇ, ਅਤੇ ਜਿਹੜੇ ਇੰਟਰੋਵਰਟ ਹੁੰਦੇ ਆ ਉਹ ਆਰਕੀਟੈਕਟ ਬਣਨਗੇ। ਕਹਿਣ ਤੋਂ ਭਾਵ ਕਿ ਉਹ ਬੈਠ ਕੇ ਕੰਮ ਕਰਨ ਵਾਲੇ ਹੁੰਦੇ ਆ ਜ਼ਿਆਦਾ ਮਾਰ। ਸੋ ਪਹਿਲਾਂ ਤਾਂ ਇਹ ਵੇਖਣ ਦੀ ਲੋੜ ਹੈਗੀ ਹੈ ਕਿ ਤੁਹਾਡਾ ਬੱਚਾ ਇੰਟਰੋਵਰਟ ਹੈ ਕਿ ਐਕਸਟਰੋਵਰਟ ਹੈ, ਉਸ ਹਿਸਾਬ ਨਾਲ ਉਸ ਨੂੰ ਜਿਹੜਾ ਨਾ ਉਹ ਪਾਓ। ਮਿਸਾਲ ਦੇ ਤੌਰ 'ਤੇ ਜਿਹੜਾ ਐਕਸਟਰੋਵਰਟ ਹੈ ਨਾ,
ਜੇ ਬੈਲ ਵੱਜੇਗੀ ਤਾਂ ਉਹ ਭੱਜ ਕੇ ਜਾਏਗਾ ਬਾਹਰ, ਬਈ ਦੇਖਾਂ ਕੌਣ ਹੈ। ਹਾਂਜੀ ਉਹਦੀ ਦਿਲਚਸਪੀ ਨਵੇਂ ਵਿੱਚ ਹੈਗੀ ਆ, ਉਹਦੀ ਦਿਲਚਸਪੀ ਬਾਹਰ ਦੀ ਦੁਨੀਆ ਦੇ ਵਿੱਚ ਹੈਗੀ ਆ। ਤੇ ਜਿਹੜਾ ਇੰਟਰੋਵਰਟ ਹੋਏਗਾ, ਜਦੋਂ ਕੋਈ ਰਿਸ਼ਤੇਦਾਰ ਆਉਂਦਾ ਤਾਂ ਕਹੀਦਾ ਵੀ ਆ ਅੰਕਲ ਨੂੰ ਮਿਲ ਲੈ, ਉਹ ਕਮਰੇ 'ਚ ਉਹ ਆ ਤਾਂ ਜਾਏਗਾ, ਪਰੰਤੂ ਉਹਦੇ ਚਿਹਰੇ ਦਾ ਪ੍ਰਭਾਵ ਇਹ ਹੈ ਕਿ ਕਿਉਂ ਮੈਨੂੰ ਤੰਗ ਕਰਦੇ ਹੋ, ਮੈਂ ਕੰਮ ਕਰ ਰਿਹਾ ਆਪਣਾ। ਸੋ ਕਹਿਣ ਤੋਂ ਉਹ ਇੰਟਰੋਵਰਟ ਹੈ। ਹਾਂਜੀ ਸੋ ਉਹਨਾਂ ਦੀ ਬਿਰਤੀ ਨੂੰ ਸਮਝੋ, ਕਿਉਂਕਿ ਮੈਂ ਆਪ ਅਧਿਆਪਕ ਸੀ, ਸਾਈਕੋਲੋਜੀ ਜਾਣਦਾ ਸੀ, ਸਾਈਕੋਲੋਜੀ ਪੜ੍ਹੀ ਹੋਈ ਸੀ, ਫਿਲਾਸਫੀ ਦੇ ਵਿੱਚ ਸਾਈਕੋਲੋਜੀ ਦਾ ਮਤਲਬ ਪੇਪਰ ਸੀ ਪੂਰਾ। ਸੋ ਇਸ ਤਰ੍ਹਾਂ ਉਹਨਾਂ ਦੀ ਬਿਰਤੀ ਨੂੰ ਵੇਖ ਕੇ ਕੀਤਾ। ਅਤੇ ਮੈਂ ਹੋਰ ਵੀ ਇੱਕ ਕਰਦਾ ਹੁੰਦਾ ਸੀਗਾ ਕਿ ਜਦੋਂ ਛੁੱਟੀਆਂ ਹੁੰਦੀਆਂ ਸੀਗੀਆਂ ਤਾਂ ਆਪਣੇ ਬੱਚਿਆਂ ਨੂੰ ਮੈਂ ਕੋਈ ਨਾ ਕੋਈ ਕੰਮ ਜਿਹੜਾ ਸੀ ਹੋਰ ਸਿਖਾਉਂਦਾ ਹੁੰਦਾ ਸੀਗਾ। ਹਾਂਜੀ ਮਿਸਾਲ ਦੇ ਤੌਰ 'ਤੇ ਮੇਰਾ ਜਿਹੜਾ ਬੇਟਾ ਸੀ ਉਸ ਨੂੰ ਮੈਂ ਤਬਲਾ ਸਿਖਾਇਆ, ਇੱਕ ਛੁੱਟੀਆਂ ਵਾਲੀ ਤਬਲਾ ਸਿਖਾਇਆ, ਇੱਕ ਸਕੇਟਿੰਗ ਸਿੱਖੀ ਉਹਨੇ, ਅਤੇ ਇੱਕ 'ਚ ਟਾਈਪ ਸਿੱਖੀ। ਕਹਿਣ ਤੋਂ ਭਾਵ ਹੈਗਾ ਕਿ ਇਵੇਂ ਮੇਰੀ ਬੇਟੀ ਜਿਸ ਉਹਨੇ ਸ਼ਾਰਟ ਹੈਂਡ ਸਿੱਖੀ, ਉਸ ਨੇ ਟੇਬਲ ਟੈਨਿਸ ਖੇਡਣਾ ਸ਼ੁਰੂ ਕੀਤਾ। ਉਹਨਾਂ ਨੂੰ ਜਿੰਨੀਆਂ ਵੱਡੇ ਵੱਖਰੇ ਵੱਖਰੇ ਕੰਮਾਂ 'ਚ ਪਾਓਗੇ ਉਨੀ ਉਹਨਾਂ ਦੀ ਮੁਹਾਰਤ ਜਿਹੜੀ ਹੈ ਨਾ ਉਹ ਜ਼ਿਆਦਾ ਹੋ ਜਾਂਦੀ ਹੈਗੀ ਹੈ। ਉਹਦੇ ਵਿੱਚ ਉਹਨਾਂ ਦੇ ਵਿੱਚ ਬਹੁਤ ਸਾਰੇ ਮਤਲਬ ਕਿ ਉਹਨੇ ਜਲਦਸਾਜ਼ੀ ਵੀ ਸਿੱਖੀ। ਮੈਂ ਉਹਨੂੰ ਜਲਦਸਾਜ਼ੀ ਵਾਲੇ ਬੰਦੇ ਕੋਲ ਲਾਇਆ ਵੀ ਇਹਨੂੰ ਜਲਦਸਾਜ਼ੀ ਸਿਖਾਉਣੀ ਹੈ। ਉਹਨੇ ਕੋਈ ਜ਼ਿੰਦਗੀ 'ਚ ਜਲਦਸਾਜ਼ੀ ਨਹੀਂ ਸੀ ਕਰਨੀ। ਚੀਜ਼ ਸਾਂਭਣ ਵਾਸਤੇ, ਕਾਗਜ਼ ਸਾਂਭਣ ਵਾਸਤੇ, ਕਾਗਜ਼ਾਂ ਦੇ ਨਾਲ ਸਾਰੀ ਜ਼ਿੰਦਗੀ ਵਾਹ ਪਏਗਾ, ਕਿਤਾਬਾਂ ਦੇ ਨਾਲ ਵਾਹ ਉਹ ਸਾਂਭਣੀਆਂ ਆ ਜਾਂਦੀਆਂ ਹੈਗੀਆਂ। ਅਤੇ ਜਿਹੜਾ ਜਲਦਸਾਜ਼ੀ ਜਾਣਦਾ ਉਹਨੂੰ ਕੱਪੜੇ ਠੱਪਣੇ ਆ ਜਾਂਦੇ ਆ। ਉਹਨੂੰ ਮਤਲਬ ਕਹਿਣ ਤੋਂ ਇਹ ਹੈ ਕਿ ਇੱਕ ਕਨਸੈਪਟ ਹੈ ਐਜੂਕੇਸ਼ਨ ਦੇ ਵਿੱਚ, ਉਸ ਨੂੰ ਟਰਾਂਸਫਰ ਆਫ ਨੌਲੇਜ ਕਹਿੰਦੇ ਆ। ਹਾਂਜੀ ਟਰਾਂਸਫਰ ਆਫ ਨੌਲੇਜ ਕੀ ਚੀਜ਼ ਹੈਗੀ ਹੈ? ਕੋਈ ਇੱਕ ਪਲੇਅਰ ਹੈ, ਉਹ ਫੁੱਟਬਾਲ ਦਾ 7-8 ਸਾਲਾਂ ਦੇ ਵਿੱਚ ਬੜਾ ਵੱਡਾ ਪਲੇਅਰ ਬਣਿਆ, ਅਤੇ ਜੇਕਰ ਉਹ ਹਾਕੀ ਖੇਡਣ ਲੱਗ ਜਾਵੇ ਨਾ, ਹਾਕੀ ਦਾ ਵੱਡਾ ਪਲੇਅਰ ਬਣਨ ਵਾਸਤੇ ਉਹਨੂੰ 8 ਸਾਲ ਨਹੀਂ ਲੱਗਣਗੇ। ਉਹ ਜਿਹੜੀ ਫੁੱਟਬਾਲ ਦੀ ਉਹਦੀ ਟ੍ਰੇਨਿੰਗ ਹੈ ਨਾ, ਉਹ ਹਾਕੀ ਦੇ ਵਿੱਚ ਕੰਮ ਆਏਗੀ, ਕਿਉਂਕਿ ਫੁੱਟਬਾਲ ਦੇ ਵਿੱਚ ਵੀ ਦੌੜਨਾ ਅਤੇ ਹਾਕੀ ਦੇ ਵਿੱਚ ਵੀ ਦੌੜਨਾ। ਸੋ ਇਹਨੂੰ ਟਰਾਂਸਫਰ ਆਫ ਨੌਲੇਜ ਕਹਿੰਦੇ ਹੈਗੇ। ਤੁਸੀਂ ਕੁਝ ਵੀ ਸਿੱਖਿਆ, ਨੌਲੇਜ ਕਦੇ ਵੀ ਵੇਸਟ ਨਹੀਂ ਜਾਂਦੀ। ਬਿਲਕੁਲ। ਜਿਵੇਂ ਧਰਤੀ ਦਾ ਪਾਣੀ ਜਿਹੜਾ ਨਾ ਉਹ ਸਾਰੀ ਦੁਨੀਆ ਦਾ ਜੁੜਿਆ ਹੋਇਆ ਇੱਕ ਦੂਜੇ ਦੇ ਨਾਲ, ਇਸੇ ਤਰੀਕੇ ਨਾਲ ਗਿਆਨ ਵੀ, ਗਿਆਨ ਦੀਆਂ ਸਾਰੀਆਂ ਸ਼ਾਖਾਵਾਂ ਵੀ ਜਿਹੜੀਆਂ ਨਾ ਉਹ ਵੀ ਇੱਕ ਦੂਜੇ ਨਾਲ ਜੁੜੀਆਂ ਹੋਈਆਂ, ਅਤੇ ਉਹ ਜੋ ਕੁਝ ਵੀ ਤੁਸੀਂ ਕਰੋਗੇ ਕਿਤੇ ਨਾ ਕਿਤੇ ਕੰਮ ਆਏਗਾ। ਹੁਣ ਕਹਿਣ ਤੋਂ ਭਾਵ ਹੈਗਾ ਕਿ ਉਹ ਉਸ ਚੀਜ਼ ਨੂੰ ਹੱਲ ਕਰੇਗਾ, ਉਸ ਨੂੰ ਉਹਦੇ ਵਿੱਚੋਂ ਉਹ ਢੰਗ ਦਿਖਾਈ ਦੇਵੇਗਾ ਵੀ ਇਸ 'ਤੇ ਇਹ ਢੰਗ ਅਪਲਾਈ ਕੀਤਾ ਜਾ ਸਕਦਾ। ਹੁਣ ਮਿਸਾਲ ਦੇ ਤੌਰ 'ਤੇ ਇੱਕ ਆਦਮੀ ਸੀ, ਉਹ ਪਹਾੜ ਦੇ ਰਸਤੇ 'ਤੇ ਜਾ ਰਿਹਾ ਸੀ, ਉਹਦਾ ਇੱਕ ਕਾਰ ਪੰਕਚਰ ਹੋ ਗਈ। ਕਾਰ ਪੰਕਚਰ ਹੋ ਗਈ, ਉਹ ਸੜਕਾਂ ਛੋਟੀਆਂ ਹੁੰਦੀਆਂ, ਉਹ ਇੱਕ ਪਾਸੇ ਉਹਨੇ ਕਾਰ ਲਾਈ, ਕਾਰ ਲਾ ਕੇ ਅਤੇ ਪਹੀਆ ਲਾਇਆ, ਪਹੀਆ ਪਿੱਛੋਂ ਕੱਢਿਆ, ਉਹ ਜਦੋਂ ਲੈ ਕੇ ਜਾ ਰਿਹਾ ਸੀ ਉਹ ਪਹੀਆ ਉਹਦੇ ਹੱਥੋਂ ਨਿਕਲ ਗਿਆ। ਉਹਦੇ ਨਾਲ ਕੀ ਹੋਇਆ ਕਿ ਜਿਹੜੇ ਪਹਿਲੇ ਪਹੀਏ ਦੇ ਨਟ ਬੋਲਟ ਖੋਲ੍ਹ ਕੇ ਰੱਖੇ ਸੀ ਉਹ ਰੁੜ ਗਏ। ਹੁਣ ਉਹਦੇ ਕੋਲ ਬੜੀ ਪ੍ਰੋਬਲਮ ਸੀਗੀ। ਸਿਆਣਪ ਕਿਸ ਨੂੰ ਕਹਿੰਦੇ ਆ? ਮਾਹਿਰ ਕੌਣ ਹੁੰਦਾ? ਮਾਹਿਰ ਜਿਹੜਾ ਹੁੰਦਾ ਨਾ, ਉਹ ਤੁਹਾਡੀ ਸਮੱਸਿਆ ਆਪਣੀ ਅਕਲ ਨਾਲ ਹੱਲ ਕਰਦਾ, ਸੰਦਾਂ ਨਾਲ ਨਹੀਂ, ਆਪਣੀ ਅਕਲ ਨਾਲ। ਉਹ ਖੜਾ ਸੀ, ਉਸਨੇ ਕਿਸੇ ਨੂੰ ਪੁੱਛਿਆ ਵੀ ਇੱਥੇ ਕੋਈ ਸਪੇਅਰ ਪਾਰਟ ਦੀ ਦੁਕਾਨ ਹੈ? ਕਹਿੰਦੇ ਜੀ 25 ਕਿਲੋਮੀਟਰ ਹੈਗੀ ਹੈ, ਅਤੇ ਇੱਥੇ ਨੇੜੇ ਤੇੜੇ ਕੋਈ ਨਹੀਂ। ਕਹਿੰਦਾ ਤੁਹਾਡੀ ਸਮੱਸਿਆ ਕੀ ਹੈ? ਕਹਿੰਦਾ ਮੇਰੇ ਨਟ ਬੋਲਟ ਰੁੜ ਗਏ। ਕਹਿੰਦੇ 3 ਪਹੀਏ ਠੀਕ ਹੈ? ਕਹਿੰਦਾ ਹਾਂ। ਕਹਿੰਦਾ ਉਹਨਾਂ ਦਾ ਇੱਕ ਇੱਕ ਨਟ ਬੋਲਟ ਖੋਲ੍ਹ ਲਓ, ਇੱਕ ਇੱਕ ਖੋਲ੍ਹ ਕੇ ਇਹਨੂੰ ਲਾ ਲਓ, ਇਹ ਵੀ ਮਤਲਬ ਕਿ ਤੁਸੀਂ ਚਲੇ ਜਾਓ, ਅੱਗੇ ਜਾ ਕੇ ਲੈ ਲੈਣਾ। ਮਤਲਬ ਉਹਨੇ ਉਹਦੀ ਸਮੱਸਿਆ ਜਿਹੜੀ ਹੈ ਨਾ ਸੌਖੇ ਢੰਗ ਨਾਲ ਹੱਲ ਕਰ ਦਿੱਤੀ। ਸੋ ਇਸ ਤਰੀਕੇ ਨਾਲ ਘਰ ਦੇ ਵਿੱਚ ਕਈ ਵਾਰੀ ਕੋਈ ਚੀਜ਼ ਕੰਮ ਖਰਾਬ ਹੋ ਜਾਂਦਾ ਉਸਦਾ, ਉਹ ਉਸ ਵੇਲੇ ਦੀ ਵਰਤੀ ਹੋਈ ਜਾਂ ਉਸ ਵੇਲੇ ਦੀ ਜਾਣੀ ਹੋਈ। ਤੁਸੀਂ ਹੋਰ ਦੇਖੋਗੇ ਲੇਡੀਜ਼ ਜਿਹੜੀਆਂ ਨਾ, ਕਾਰ ਖਰਾਬ ਹੋ ਗਈ ਉਹ ਪਰੇ ਇੱਕ ਪਾਸੇ ਖੜੀਆਂ ਹੋ ਜਾਣਗੀਆਂ। ਲੇਕਿਨ ਜਿਹੜੀ ਮਾਹਿਰ ਲੇਡੀ ਹੋਏਗੀ, ਜਿਹਦੀ ਦਿਲਚਸਪੀ ਹੋਏਗੀ, ਉਹ ਵੇਖੇਗੀ ਕੀ ਕਰਦਾ ਇਹ। ਜਿਹੜਾ ਵੀ ਬੰਦਾ ਕਾਰ ਵਗੈਰਾ ਦਾ ਕੋਈ ਵੀ ਖਰਾਬ ਹੁੰਦੀ ਆ, ਉਹ ਵੇਖਦਾ ਕਿ ਕੀ ਕਰਦਾ ਇਹ। ਸੋ ਉਸ ਤੋਂ ਉਹ ਬਹੁਤ ਕੁਝ ਸਿੱਖਦਾ ਹੈਗਾ। ਸੋ ਇਸ ਤਰ੍ਹਾਂ ਜੋ ਕੁਝ ਵੀ ਸਿੱਖੋਗੇ ਜ਼ਿੰਦਗੀ ਦੇ ਵਿੱਚ ਉਹ ਕਿਤੇ ਨਾ ਕਿਤੇ ਕੰਮ ਆਏਗਾ। ਇਹ ਮੇਰੀ ਮਤਲਬ ਧਾਰਨਾ ਹੈਗੀ ਆ। ਸੋ ਸਿੱਖੋ, ਜਿੱਥੇ ਕਿਤੇ ਵੀ ਜਾਓ ਕੁਝ ਨਾ ਕੁਝ ਸਿੱਖੋ। ਮੈਨੂੰ ਡਾਗ ਸ਼ੋਅ ਵੀ ਚੰਗੇ ਲੱਗਦੇ ਹੈ, ਮੈਨੂੰ ਵਾਲੀਬਾਲ ਦੇ ਮੈਚ ਵੀ ਚੰਗੇ ਲੱਗਦੇ ਹੈ,
ਮੈਨੂੰ ਪਸ਼ੂਆਂ ਦੇ ਮੇਲੇ ਵੀ ਚੰਗੇ ਲੱਗਦੇ ਆ ਅਤੇ ਖੋ ਦੇ ਮੈਚ ਵੀ ਚੰਗੇ ਲੱਗਦੇ। ਕਹਿਣ ਤੋਂ ਭਾਵ ਹੈਗਾ ਕਿ ਹਰ ਚੀਜ਼ ਵਿੱਚ ਦਿਲਚਸਪੀ ਲਓ, ਰੌਣਕ ਵਾਲੀ ਜਗ੍ਹਾ 'ਤੇ ਜਾਓ। ਸੋ ਇਸ ਤਰ੍ਹਾਂ ਜ਼ਿੰਦਗੀ ਦੇ ਵਿੱਚ ਤੁਸੀਂ ਕਦੀ ਥੱਕੋਗੇ ਨਹੀਂ, ਕਦੀ ਅੱਕੋਗੇ ਨਹੀਂ, ਚੜ੍ਹਦੀ ਕਲਾ ਵਿੱਚ ਰਹੋਗੇ। ਚੜ੍ਹਦੀ ਕਲਾ ਵਿੱਚ ਰਹਿਣ ਦਾ ਕੋਈ ਇਹ ਨਹੀਂ ਹੈ ਕਿ ਤੁਸੀਂ ਬਹੁਤ ਮਹਿੰਗੀਆਂ ਚੀਜ਼ਾਂ ਖਰੀਦੋਗੇ। ਚੜ੍ਹਦੀ ਕਲਾ ਜਿਹੜੀ ਹੈ ਉਹ ਕੁਝ ਨਾ ਕੁਝ ਤੁਹਾਡੇ ਸਾਹਮਣੇ ਕਰਨ ਵਾਲਾ ਹੋਣਾ ਚਾਹੀਦਾ, ਕਰਨ ਵਾਲਾ, ਦੇਖਣ ਵਾਲਾ ਹੋਣਾ ਚਾਹੀਦਾ। ਜੇ ਉੱਥੇ ਜਾਓ ਅਤੇ ਉੱਥੇ ਉਹ ਜੇ ਤੁਸੀਂ ਵੇਖੋਗੇ ਤਾਂ ਬੜਾ ਆਨੰਦ ਆਏਗਾ, ਬੜਾ ਚੰਗਾ ਲੱਗੇਗਾ। ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਨਾ ਤਾਂ ਸਾਨੂੰ ਹਫਤੇ ਦੇ 5 ਦਿਨ ਪੜ੍ਹਾਇਆ ਜਾਂਦਾ ਸੀ ਅਤੇ ਇੱਕ ਦਿਨ ਚਾਹੇ ਉਹ ਅਸੈਂਬਲੀ ਦੇ ਵਿੱਚ ਜਾਂ ਫਿਰ ਕੋਈ ਵੀ ਜਿਹੜਾ ਟੀਚਰ ਹੁੰਦਾ ਜਿਹੜਾ ਵਧੀਆ ਬੋਲ ਲੈਂਦਾ ਸੀ, ਚੰਗਾ ਬੁਲਾਰਾ ਹੁੰਦਾ ਸੀ, ਉਹ ਸਾਨੂੰ ਜ਼ਿੰਦਗੀ ਦੀਆਂ ਬੇਸਿਕ ਚੀਜ਼ਾਂ ਬਾਰੇ ਦੱਸਦਾ ਸੀਗਾ। ਚਾਹੇ ਉਹ ਕੋਈ ਰਿਸ਼ਤਾ ਹੈ, ਤੁਸੀਂ ਉਹ ਕਿਵੇਂ ਸੰਭਾਲਣਾ, ਘਰ ਦੇ ਕੰਮ ਕਰਨੇ ਤੁਸੀਂ ਉਹ ਕਿਵੇਂ ਕਰਨੇ, ਤੁਹਾਡਾ ਬੋਲਣ ਦਾ ਲਹਿਜਾ, ਅਕਲ, ਲਿਆਕਤ ਕਿਵੇਂ ਦੀ ਹੋਣੀ ਚਾਹੀਦੀ ਆ। ਮੈਨੂੰ ਲੱਗਦਾ ਕਿ ਹੁਣ ਇਹ ਚੀਜ਼ਾਂ ਮਿਸ ਹੋ ਗਈਆਂ। ਅਸੀਂ ਬਹੁਤ ਜ਼ਿਆਦਾ ਸਿਲੇਬਸ ਵਾਲੀ ਦੌੜ 'ਚ ਹਾਂ, ਇਸ ਲਈ ਸਾਡੇ ਨਿਆਣਿਆਂ ਨੂੰ ਉਹ ਚੀਜ਼ਾਂ ਨਹੀਂ ਆਉਂਦੀਆਂ ਜਿਹੜੀਆਂ ਸਾਨੂੰ ਆਉਂਦੀਆਂ ਸੀਗੀਆਂ, ਹੈ ਨਾ। ਜਿਵੇਂ ਤੁਸੀਂ ਕਿਹਾ ਕਿ ਬੱਚੇ ਨੂੰ ਪਹਿਲਾਂ ਆਪਣੇ ਆਪ ਹੀ ਪਤਾ ਹੁੰਦਾ ਸੀ ਕਿ ਕੋਈ ਬਾਹਰੋਂ ਆਇਆ ਸੀ, ਉਹਨੂੰ ਜਾ ਕੇ ਬੁਲਾਉਣਾ। ਇਹ ਬੇਸਿਕ ਚੀਜ਼ਾਂ ਸੀ ਜਿਹੜੀਆਂ ਸਾਨੂੰ ਅਧਿਆਪਕ ਵੀ ਦੱਸਦਾ ਸੀ, ਸਾਨੂੰ ਘਰੋਂ ਵੀ ਮਿਲਦੀਆਂ ਸੀ। ਪਰ ਹੁਣ ਸਾਡੀ ਸਿੱਖਿਆ 'ਚ ਇਹ ਚੀਜ਼ ਹੈਗੀ ਨਹੀਂ। ਪਰ ਮੈਂ ਤੁਹਾਡੇ ਬਾਰੇ ਸੁਣਿਆ ਕਿ ਤੁਸੀਂ ਯੂਨੀਵਰਸਿਟੀ 'ਚ ਇੱਕ ਇਹੋ ਜਿਹੀ ਕਲਾਸ ਲਾਉਂਦੇ ਹੁੰਦੇ ਸੀਗੇ, ਹੈ ਨਾ, ਅਤੇ ਉਹਦਾ ਕੀ ਫਾਇਦਾ ਹੁੰਦਾ ਵਿਦਿਆਰਥੀਆਂ ਨੂੰ? ਤੁਹਾਨੂੰ ਜ਼ਿੰਦਗੀ ਵਿੱਚ ਕੁਝ ਟੀਚਰ ਯਾਦ ਰਹੇ ਹੋਣੇ, ਉਹ ਕਿਸ ਕਾਰਨ ਯਾਦ ਰਹਿੰਦੇ ਆ? ਬਿਲਕੁਲ, ਉਹਨਾਂ ਨੇ ਸਿਲੇਬਸ ਤੋਂ ਇਲਾਵਾ ਤੁਹਾਨੂੰ ਕੁਝ ਦੱਸਿਆ ਹੁੰਦਾ, ਹਾਂਜੀ, ਕੁਝ ਤੁਹਾਨੂੰ ਸਮਝਾਇਆ ਹੁੰਦਾ। ਉਹ ਜਿਹੜਾ ਐਕਸਟਰਾ ਹੁੰਦਾ ਨਾ, ਵਾਧੂ ਹੁੰਦਾ, ਉਹ ਕੰਮ ਆਉਂਦਾ। ਅੱਛਾ, ਉਹ ਜਿਹੜੀ ਤੁਸੀਂ ਕਹਿੰਦੇ ਹੋ, ਮੈਂ ਬੁੱਧਵਾਰ ਵਾਲਾ ਦਿਨ ਜਿਹੜਾ ਸੀਗਾ ਉਹ ਰੱਖਿਆ ਸੀ, ਉਹ ਜਨਰਲ ਪੀਰੀਅਡ ਹੁੰਦਾ ਸੀ। ਹਾਂਜੀ, ਮਤਲਬ ਵਿਦਿਆਰਥੀ ਜਿਹੜਾ ਨਾ ਕਿਸੇ ਵੀ ਖੇਤਰ ਦਾ, ਕਿਸੇ ਵੀ ਉਹਦਾ ਮੇਰੇ ਤੋਂ ਪੁੱਛ ਸਕਦਾ ਸੀ, ਕਿਉਂਕਿ ਸਿੱਧੀ ਗੱਲ ਹੈਗੀ ਹੈ, ਵਿਦਿਆਰਥੀ ਦੀ ਉਮਰ 20 ਸਾਲ ਹੁੰਦੀ ਹੈ, ਅਧਿਆਪਕ ਦੀ ਉਮਰ ਵਿਦਿਆਰਥੀ ਦੀ ਉਮਰ ਨਾਲੋਂ ਲਗਭਗ ਡਬਲ ਹੁੰਦੀ ਹੈ। ਉਸਨੇ ਜ਼ਿਆਦਾ ਪੜ੍ਹਿਆ ਹੁੰਦਾ, ਜ਼ਿਆਦਾ ਵੇਖਿਆ ਹੁੰਦਾ, ਜ਼ਿਆਦਾ ਸਮਝਿਆ ਹੁੰਦਾ, ਉਹਦੇ ਵਿੱਚ ਕਾਨਫੀਡੈਂਸ ਹੁੰਦਾ। ਕਹਿਣ ਤੋਂ ਭਾਵ ਕਿ ਮੈਂ ਇਹ ਇਸ ਕਰਕੇ ਕਰਦਾ ਸੀਗਾ ਕਿ ਜੋ ਕੁਝ ਮੈਂ ਪੜ੍ਹਦਾ ਲਿਖਦਾ ਸੀ, ਜਦੋਂ ਮੈਂ ਲਿਖਦਾ ਸੀ ਉਸ ਨੂੰ, ਉਹਦੀ ਪਰਖ ਹੋ ਜਾਂਦੀ ਸੀ ਵੀ ਜੋ ਕੁਝ ਮੈਂ ਸਮਝਿਆ ਕਿ ਉਹ ਠੀਕ ਹੈ। ਮੈਂ ਆਪਣੇ ਵਿਦਿਆਰਥੀਆਂ ਦੇ ਨਾਲ ਉਹ ਸਾਂਝਾ ਕਰਦਾ ਸੀ ਅਤੇ ਉਹਨਾਂ ਦੇ ਜਿਹੜੀ ਫੀਡਬੈਕ ਸੀ ਉਹ ਮੈਨੂੰ ਚੰਗੀ ਲੱਗਦੀ ਸੀਗੀ। ਸੋ ਉਸ ਦੇ ਵਿੱਚ, ਉਸ ਕਲਾਸ ਦੇ ਵਿੱਚ ਮੇਰੇ ਵਿਦਿਆਰਥੀ ਹੀ ਨਹੀਂ, ਹੋਰ ਡਿਪਾਰਟਮੈਂਟਸ ਦੇ ਵਿਦਿਆਰਥੀ ਵੀ ਜਿਹੜੇ ਸੀ ਆ ਜਾਂਦੇ ਸੀਗੇ। ਅਤੇ ਪਰ ਉਹਨਾਂ ਨੂੰ ਮੈਂ ਕਿਹਾ ਹੋਇਆ ਸੀਗਾ ਕਿ ਸਵਾਲ ਪੁੱਛਣ ਦਾ ਅਧਿਕਾਰ ਜਿਹੜਾ ਹੈ ਮੇਰੇ ਵਿਦਿਆਰਥੀਆਂ ਨੂੰ ਹੈ, ਬਾਹਰਲੇ ਵਿਦਿਆਰਥੀਆਂ ਨੂੰ ਨਹੀਂ। ਜੇਕਰ ਕਿਸੇ ਬਾਹਰਲੇ ਵਿਦਿਆਰਥੀ ਨੇ ਕੋਈ ਸਵਾਲ ਪੁੱਛਣਾ ਤਾਂ ਉਹ ਮੇਰੇ ਵਿਦਿਆਰਥੀ ਦੇ ਰਾਹੀਂ ਪੁੱਛ ਸਕਦਾ। ਮੇਰੇ ਵਿਦਿਆਰਥੀ ਨੂੰ ਕਹੇ ਉਹ ਸਵਾਲ ਪੁੱਛੇ, ਮੈਂ ਉਹਦਾ, ਕਿਉਂਕਿ ਮੈਂ ਨਹੀਂ ਚਾਹੁੰਦਾ ਹੈਗਾ ਕਿ ਬਾਹਰਲੇ ਵਿਦਿਆਰਥੀ ਆ ਕੇ ਮੇਰੇ 'ਤੇ ਕਬਜ਼ਾ ਕਰ ਲੈਣ। ਮੇਰੇ ਵਿਦਿਆਰਥੀ ਜਿਹੜੇ ਹੈਗੇ ਆ, ਉਹਨਾਂ ਦਾ ਮੇਰੇ 'ਤੇ ਹੱਕ ਪਹਿਲਾ ਹੈਗਾ। ਸੋ ਉਸ ਦੇ ਨਾਲ ਕੀ ਹੁੰਦਾ ਸੀਗਾ, ਉਹੀ ਉਹਨਾਂ ਦੀ ਕਮਾਈ ਸੀ, ਉਹੀ ਮੇਰੀ ਕਮਾਈ ਵੀ ਸੀਗੀ। ਮਿਸਾਲ ਦੇ ਤੌਰ 'ਤੇ ਮੈਂ ਵਿਦਿਆਰਥੀਆਂ ਨੂੰ ਕਹਿੰਦਾ ਸੀ ਕਿ ਪਟਿਆਲੇ ਤੋਂ ਬੰਬੇ ਦਾ ਜਿਹੜਾ ਹੈ ਨਾ ਸਫ਼ਰ ਕਰਨਾ ਆਪਾਂ ਨੇ, ਤੁਸੀਂ ਰੇਲਵੇ ਦਾ ਟਾਈਮ ਟੇਬਲ ਲੈ ਕੇ ਮੈਨੂੰ ਰੂਟ ਬਣਾ ਕੇ ਦੱਸੋ ਵੀ ਕਿਵੇਂ, ਕਿਹੜੀ ਗੱਡੀ ਚੱਲੀਏ, ਕਿੱਥੇ ਬਦਲੀਏ, ਕਿੱਥੇ ਰਹੀਏ, ਕਿੱਥੇ ਕਰੀਏ। ਫਿਰ ਮੈਂ ਉਹਨਾਂ ਨੂੰ ਸਮਝਾਉਂਦਾ ਹੁੰਦਾ ਸੀਗਾ ਕਿ ਜਿਹੜਾ ਤਾਂ ਸਫ਼ਰ ਹੈ ਨਾ, ਉਹ ਤਾਂ ਆਪਾਂ ਰਾਤ ਨੂੰ ਕਰਨਾ ਚਾਹੀਦਾ। ਰਾਤ ਨੂੰ ਕਰਨ ਨਾਲ ਕੀ ਹੁੰਦਾ, ਸਫ਼ਰ ਕਵਰ ਹੋ ਜਾਂਦਾ ਹੈਗਾ। ਉਹਦੇ ਨਾਲ ਤੁਹਾਨੂੰ ਕਿਸੇ ਹੋਟਲ ਵਿੱਚ ਨਹੀਂ ਰਹਿਣਾ ਪਊਗਾ, ਕੋਈ ਗੁਰਦੁਆਰਾ ਨਹੀਂ ਲੱਭਣਾ ਪਊਗਾ। ਮਤਲਬ ਕਹਿਣ ਤੋਂ ਇਹ ਹੈ ਕਿ ਉਹ ਤੁਹਾਡਾ ਸਫ਼ਰ ਜਿਹੜਾ ਹੈ ਉਹਦੇ ਵਿੱਚ ਤੁਹਾਡੀ ਬੱਚਤ ਵੀ ਹੈ, ਅਕੋਮੋਡੇਸ਼ਨ ਖਰਚਾ ਤੁਹਾਡਾ ਬਚ ਜਾਂਦਾ। ਉਸ ਤਰ੍ਹਾਂ ਉਹ ਢੰਗ ਸੀਗਾ। ਦੂਜੇ ਪਾਸੇ ਜਿਹੜੀ ਐਟਲਸ ਸੀਗੀ, ਐਟਲਸ ਮੈਂ ਹਰ ਇੱਕ ਵਿਦਿਆਰਥੀ ਨੂੰ ਕਹਿੰਦਾ ਹੁੰਦਾ ਸੀ ਕਿ ਤੁਸੀਂ ਲਓ। ਕਿਸੇ ਵੀ ਦੇਸ਼ ਜਾਣਾ ਹੋਵੇ, ਤੁਸੀਂ ਪਹਿਲਾਂ ਉਸ ਦਾ ਨਕਸ਼ੇ 'ਤੇ ਲੱਭੋ, ਉਹਦੀ ਕੈਪੀਟਲ ਜਾਣੋ, ਉਹਦੇ ਬਾਰੇ ਸੂਚਨਾ ਇਕੱਤਰ ਕਰੋ। ਮੈਂ ਦੁਨੀਆ ਦੇ 40 ਮੁਲਕ ਘੁੰਮੇ ਹੋਏ ਆ, ਇਸ ਢੰਗ ਨਾਲ ਘੁੰਮੇ ਹੋਏ ਆ, ਉਹ ਐਟਲਸ ਦੇ ਕਾਰਨ। ਐਟਲਸ ਦੇ ਕਾਰਨ ਮਤਲਬ ਕਹਿਣ ਦਾ ਹੈ ਕਿ ਜੇ ਤੁਸੀਂ ਮੇਰੇ ਤੋਂ ਪੁੱਛੋ ਨਾ ਕਿ ਫਲਾਣਾ ਦੇਸ਼ ਕਿੱਥੇ ਹੈ, ਮੈਨੂੰ ਦੁਨੀਆ ਦੇ ਨਕਸ਼ੇ 'ਤੇ ਪਤਾ ਕਿ ਉਹ ਉੱਥੇ ਹੈਗਾ। ਉਸ ਨਾਲ ਕੀ ਹੁੰਦਾ ਹੈ ਕਿ ਜਦੋਂ ਪਲਾਨ ਕਰਦੇ ਆ ਨਾ ਕਿਤੇ ਜਾਣਾ ਹੈਗਾ, ਅਤੇ ਆਲੇ ਦੁਆਲੇ ਦੇ ਦੇਸ਼ ਵੀ ਘੁੰਮ ਲਈਦਾ। ਮੈਂ ਪਹਿਲੀ ਵਾਰੀ ਜਦੋਂ ਅਮਰੀਕਾ ਗਿਆ ਤਾਂ ਅਮਰੀਕਾ ਦੇ ਨਾਲ ਮੈਕਸੀਕੋ ਸੀ, ਉੱਥੇ ਵੀ ਚਲਾ ਗਿਆ। ਅਮਰੀਕਾ ਦੇ ਰਸਤੇ ਵਿੱਚ
ਇੰਗਲੈਂਡ ਸੀ, ਇੰਗਲੈਂਡ ਵੀ ਗਿਆ। ਇੰਗਲੈਂਡ ਦੇ ਨਾਲ ਫਰਾਂਸ ਸੀ, ਫਰਾਂਸ ਵੀ ਗਿਆ। ਰਸਤੇ ਦੇ ਵਿੱਚ ਕੁਵੈਤ 에ਅਰਲਾਈਨਸ ਦੇ ਵਿੱਚ ਗਿਆ, ਰਸਤੇ ਵਿੱਚ ਕੁਵੈਤ ਆਉਂਦਾ ਸੀਗਾ, ਕੁਵੈਤ ਵੀ ਗਿਆ। ਕੁਵੈਤ ਦੇ ਨਾਲ ਜਿਹੜਾ ਸੀ ਇਰਾਕ ਸੀ, ਇਰਾਕ ਵੀ ਗਿਆ। ਇਰਾਕ ਦੇ ਨਾਲ ਸਾਊਦੀ ਅਰੇਬੀਆ ਸੀ, ਉੱਥੇ ਵੀ ਗਿਆ। ਕਹਿਣ ਤੋਂ ਭਾਵ ਗਿਆ ਤਾਂ ਮੈਂ ਅਮਰੀਕਾ ਸੀਗਾ, ਪਰੰਤੂ ਮੈਂ 8-10 ਮੁਲਕ ਜਿਹੜੇ ਸੀਗੇ ਉਹਦੇ ਨਾਲ ਘੁੰਮਿਆ ਆਇਆ। ਉਹ ਇਹ ਫਾਇਦਾ ਹੁੰਦਾ ਜਦੋਂ ਤੁਸੀਂ ਤੁਹਾਡੇ ਕੋਲ ਗਿਆਨ ਹੋਵੇ, ਤੁਹਾਡੇ ਕੋਲ ਸੂਚਨਾ ਹੋਵੇ। ਇਨਫੋਰਮੇਸ਼ਨ ਟੈਕਨੋਲੋਜੀ ਦਾ ਮਤਲਬ ਇਹ ਹੈਗਾ ਕਿ ਤੁਹਾਡੇ ਕੋਲ ਇਤਨੀ ਸੂਚਨਾ ਹੋਵੇ ਕਿ ਤੁਸੀਂ ਜੋ ਕੁਝ ਕਰਨਾ ਚਾਹੁੰਦੇ ਹੋ ਉਹ ਬੜੇ ਸੌਖਿਆਂ ਹੀ ਤੁਸੀਂ ਕਰ ਸਕੋ। ਉਹਦੇ ਵਿੱਚ ਉਹ ਤੁਹਾਨੂੰ ਮੁਹਾਰਤ ਹੁੰਦੀ ਹੈਗੀ ਹੈ ਕਿ ਇਹ ਇਵੇਂ ਕੀਤਾ ਕਰਨਾ ਹੈਗਾ। ਬਿਲਕੁਲ, ਸ਼ੁਕਰੀਆ ਸਰ। ਗੱਲਾਂ ਬਹੁਤ ਸੀਗੀਆਂ। ਮੈਂ ਚਾਹੁੰਦੀ ਸੀ ਕਿ ਤੁਸੀਂ ਇੱਕ ਫ੍ਰੈਂਚ ਸਕੂਲ ਦੀਆਂ ਜਿਹੜੀਆਂ ਉਦਾਹਰਨਾਂ ਦਿੰਦੇ ਸੀ ਕਿ ਜਿਹੜੇ ਫਰਾਂਸ ਦੇ ਲੋਕ ਨੇ ਉਹਨਾਂ ਦਾ ਜਿਹੜਾ ਸਕੂਲ ਦਾ ਪੈਟਰਨ ਆ ਜਾਂ ਉਹਨਾਂ ਦਾ ਜਿਹੜਾ ਵਿੱਦਿਅਕ ਢਾਂਚਾ ਉਹ ਕਿਵੇਂ ਦਾ, ਮੈਂ ਚਾਹੁੰਦੀ ਹਾਂ ਕਿ ਆਪਾਂ ਆਪਣੀ ਗੱਲਬਾਤ ਨੂੰ ਉਹਦੇ ਨਾਲ ਖ਼ਤਮ ਕਰੀਏ ਕਿ ਉਵੇਂ ਦੇ ਜਿਹੜੇ ਢੰਗ ਨੇ ਆਪਣੀ ਕੰਟਰੀ ਦੇ ਵਿੱਚ, ਆਪਣੇ ਸਕੂਲਾਂ ਦੇ ਵਿੱਚ ਇੰਪਲੀਮੈਂਟ ਹੋਣੇ ਚਾਹੀਦੇ ਨੇ। ਸਾਡੇ ਦੇਸ਼ ਦੇ ਵਿੱਚ ਨਾ ਨਵੇਂ ਦੀ ਵਿਰੋਧਤਾ ਹੈ। ਹਾਂਜੀ। ਮਿਸਾਲ ਦੇ ਤੌਰ 'ਤੇ ਪਹਿਲਾਂ ਜਿਹੜੇ ਟੈਲੀਫੋਨ ਹੁੰਦੇ ਸੀ ਨਾ ਉਹ ਘੁਮਾ ਕੇ ਕਰਦੇ ਹੁੰਦੇ ਸੀਗੇ। ਹੁਣ 1 ਤੋਂ ਲੈ ਕੇ 0 ਜਿਹੜਾ ਨਾ ਪਹੁੰਚੇਗਾ ਤੇ ਪਹਿਲਾਂ ਕੀ ਹੁੰਦਾ ਸੀ, ਜਿਹੜਾ ਨੰਬਰ ਹੁੰਦਾ ਸੀ ਫਾਇਰ ਬ੍ਰਿਗੇਡ ਦਾ ਉਹ 100 ਹੁੰਦਾ ਸੀ ਅਮਰੀਕਾ ਦੇ ਵਿੱਚ। ਹਾਂਜੀ। ਇੱਕ ਲੜਕੀ ਨੇ ਕਿਹਾ ਕਿ 100 ਕਰਦੇ ਆ ਨਾ, ਇੱਕ ਦੇ ਨਾਲ 0 ਜਿਹੜਾ ਹੈ ਨਾ ਉਹ ਸਾਰਾ ਘੁੰਮ ਕੇ ਵਾਪਸ ਆਏਗਾ, ਉਹਨੂੰ ਜ਼ਿਆਦਾ ਦੇਰ ਲੱਗਦੀ ਹੈ। ਫਾਇਰ ਬ੍ਰਿਗੇਡ ਦਾ ਨੰਬਰ 111 ਹੋਣਾ ਚਾਹੀਦਾ, ਇਉਂ ਇਉਂ ਇਉਂ। ਸੋ ਕਹਿਣ ਤੋਂ ਭਾਵ ਉਹਨਾਂ ਨੇ ਉਹ ਮੰਨ ਲਿਆ। ਬਿਲਕੁਲ। ਸੋ ਸਾਡੇ ਦੇਸ਼ ਦੇ ਵਿੱਚ ਕੁਝ ਵੀ ਕਰੋ ਨਾ, ਵਿਰੋਧਤਾ ਪਹਿਲਾਂ ਤਾਂ ਤੁਹਾਡਾ ਆਪਣਾ ਪਰਿਵਾਰ ਹੀ ਵਿਰੋਧ ਕਰੇਗਾ। ਲੜਕੀ ਜਿਹੜੀ ਹੈ ਡਾਕਟਰ ਬਣਨਾ ਚਾਹੁੰਦੀ ਹੈ, ਕੀ ਤੂੰ ਮੁਰਦਿਆਂ ਦੀ ਚੀਰ ਫਾੜ ਕਰਦੀ ਰਹੇਂਗੀ, ਮਤਲਬ ਕਿ ਉਸ ਨੂੰ ਉੱਥੋਂ ਹਟਾਉਣ ਦੀ ਜਿਹੜੀ ਹੈ ਨਾ ਉਹ ਗੱਲ ਕਰਨਗੇ। ਫਰਾਂਸ ਦੁਨੀਆ ਦਾ ਇਕੱਲਾ ਮੁਲਕ ਹੈ ਜਿਸ ਦੇ ਵਿੱਚ ਹਰ ਸਾਲ ਵਿਜ਼ਿਟਰਸ ਦੀ ਗਿਣਤੀ ਦੇਸ਼ ਦੀ ਸਾਰੀ 8 ਕਰੋੜ ਪਾਪੂਲੇਸ਼ਨ ਨਾਲੋਂ ਵਧੇਰੇ ਹੁੰਦੀ ਹੈ। ਮਤਲਬ ਸਿੰਗਾਪੁਰ ਵਿੱਚ ਦੁਨੀਆ ਦੇ ਵਧੇਰੇ ਯਾਤਰੀ ਆਉਂਦੇ ਹੈ। ਸਿੰਗਾਪੁਰ ਇੱਕ ਸ਼ਹਿਰ ਹੈ। ਹਾਂਜੀ। ਸਾਡੇ ਦੇਸ਼ ਦੇ ਵਿੱਚ ਉਤਨੇ ਨਹੀਂ ਆਉਂਦੇ ਹੈਗੇ। ਅੱਛਾ ਜੀ। ਸਾਡੇ ਇੱਥੇ ਇੰਨੀਆਂ ਰੁਕਾਵਟਾਂ, ਇਹਨੇ ਅੱਗੋਂ ਬੰਧਨ ਹੈ, ਇਹਨੇ ਅੱਗੋਂ ਮਤਲਬ ਉਹਦੇ ਵਿੱਚ ਵਿਘਨ ਪੈਂਦੇ ਹੈਗੇ ਆ ਕਿ ਲੋਕ ਆਉਣਾ ਹੀ ਨਹੀਂ ਚਾਹੁੰਦੇ ਹੈਗੇ। ਹਾਂਜੀ। ਫਰਾਂਸ ਦਾ ਇੱਕੋ ਇੱਕ ਮੁਲਕ ਹੈ ਜਿਸ ਦੇ ਸਕੂਲਾਂ ਵਿੱਚ ਫਿਲਾਸਫੀ ਪੜ੍ਹਾਈ ਜਾਂਦੀ ਹੈ। ਫਰਾਂਸ ਦੀਆਂ ਹੋਰ ਤੁਹਾਨੂੰ ਗੱਲਾਂ ਦੱਸਦਾ। ਇਹ ਜਿਹੜਾ ਫਲਸ਼ ਸਿਸਟਮ ਹੈ ਇਹ ਫਰਾਂਸ ਦਾ ਹੈ। ਹਾਂਜੀ। ਲੇਡੀਜ਼ ਦੀ ਅੰਗੀ ਜਾਂ ਬਰੇਜ਼ੀਅਰ ਜਿਹੜੀ ਹੈ ਇਹ ਫਰਾਂਸ ਦੀ ਕਾਢ ਹੈ। ਉੱਚੀ ਅੱਡੀ ਵਾਲੇ ਸੈਂਡਲ ਜਿਹੜੇ ਹਨ ਇਹ ਫਰਾਂਸ ਦੇ ਹਨ। ਨੱਚਣਾ ਜਿਹੜਾ ਹੈ ਉਹ ਫਰਾਂਸ ਦੀ ਕਾਢ ਹੈ। ਟੈਲੀਫੋਨ ਜਿਹੜਾ ਹੈ, ਜਿਹੜਾ ਉਹਦਾ ਚੌਂਗਾ ਹੈਗਾ ਉਹ ਫਰਾਂਸ ਦੀ ਕਾਢ ਹੈਗੀ ਹੈ। ਕਹਿਣ ਤੋਂ ਭਾਵ ਹੈਗਾ ਕਿ ਉਹ ਨਵੀਆਂ ਗੱਲਾਂ ਕਰਦੇ ਹੈਗੇ। ਫਰਾਂਸ ਦੇ ਸਕੂਲਾਂ ਦਾ, ਇਹ ਸਾਰੇ ਸਕੂਲਾਂ ਦਾ ਪੱਧਰ ਇੱਕ ਹੈ। ਉੱਥੇ ਕੋਈ ਅਮੀਰਾਂ ਦਾ ਸਕੂਲ ਜਾਂ ਕੋਈ ਗਰੀਬਾਂ ਦਾ ਸਕੂਲ ਨਹੀਂ ਹੈ, ਇੱਕ ਪੱਧਰ ਹੈ। ਉਹਦਾ ਫਾਇਦਾ ਉਹਨਾਂ ਨੂੰ ਕੀ ਹੈਗਾ, ਜੋ ਘਰ ਦੇ ਨੇੜੇ ਸਕੂਲ ਹੈ ਉੱਥੇ ਬੱਚੇ ਪੜ੍ਹਨ ਜਾਂਦੇ ਹੈ। ਹਾਂਜੀ। ਅਤੇ ਸਾਰੇ ਫਰਾਂਸ ਦੇ ਸਕੂਲਾਂ ਦਾ ਟਾਈਮ ਟੇਬਲ ਇੱਕ ਹੈ। ਜੇਕਰ ਸਵੇਰੇ 9 ਤੋਂ 10 ਤੱਕ ਦਾ ਪੀਰੀਅਡ ਮੈਥੇਮੈਟਿਕਸ ਦਾ, ਸਾਰੇ ਫਰਾਂਸ ਦੇ ਵਿੱਚ ਮੈਥੇਮੈਟਿਕਸ ਦਾ ਪੀਰੀਅਡ ਚੱਲ ਰਿਹਾ ਹੋਏਗਾ। ਉਹਦਾ ਉਹਨਾਂ ਨੇ ਕਿਉਂ ਕੀਤਾ ਹੈ? ਜੇਕਰ ਕੋਈ ਬੱਚਾ ਸਕੂਲ ਨਹੀਂ ਜਾ ਸਕਿਆ, ਉਹ ਟੈਲੀਵਿਜ਼ਨ ਉੱਤੇ ਕਲਾਸ ਲੱਗ ਰਹੀ ਹੈ, ਉਹ ਟੈਲੀਵਿਜ਼ਨ ਉੱਤੇ ਆਪਣੀ ਕਲਾਸ ਜਿਹੜੀ ਹੈ ਘਰ ਬੈਠ ਕੇ, ਕਿਸੇ ਦੀ ਕੋਈ ਲੱਤ ਟੁੱਟੀ ਹੋ ਸਕਦੀ ਹੈ, ਕਿਸੇ ਬਿਮਾਰ ਹੋ ਸਕਦਾ, ਉਹ ਲਾ ਲੈਂਦਾ ਹੋਵੇਗਾ। ਸੋ ਉੱਥੇ ਇਹਨਾਂ ਸਹੂਲਤਾਂ ਕਰਕੇ ਉਹਨਾਂ ਨੇ ਬਹੁਤ ਸਾਰੀ ਸੇਵਿੰਗ ਵੀ ਕੀਤੀ ਹੋਈ ਹੈ ਅਤੇ ਬਹੁਤ ਸਾਰੀਆਂ ਨਵੀਆਂ ਗੱਲਾਂ ਵੀ ਕੀਤੀਆਂ ਹੋਈਆਂ। ਜਦੋਂ ਕੋਈ ਨਵੀਂ ਗੱਲ ਲਾਗੂ ਹੁੰਦੀ ਹੈ, ਸਾਰੇ ਫਰਾਂਸ ਵਿੱਚ ਲਾਗੂ ਹੁੰਦੀ ਹੈ। ਉਸ ਨਾਲ ਕੀ ਹੁੰਦਾ ਹੈ ਕਿ ਵਿਦਿਆਰਥੀ ਜਿਹੜੇ ਹਨ ਆਪ ਵੀ ਸੁਝਾਅ ਦੇ ਸਕਦੇ ਹਨ ਕਿ ਸਾਨੂੰ ਇਹ ਪੜ੍ਹਾਇਆ ਜਾਵੇ, ਸਾਨੂੰ ਇਹ ਕਰਵਾਇਆ ਜਾਵੇ। ਸੋ ਫਰਾਂਸ ਇਕੱਲਾ ਦੇਸ਼ ਹੈਗਾ ਜਿਹਦੇ ਵਿੱਚ ਯੂਨਾਨੀ ਅਤੇ ਲਾਤੀਨੀ ਭਾਸ਼ਾਵਾਂ ਵਿੱਚੋਂ ਇੱਕ ਭਾਸ਼ਾ ਵੀ ਸਿੱਖੀ ਜਾਂਦੀ ਹੈ। ਅਤੇ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਲਾਤੀਨੀ ਪੜ੍ਹ ਸਕਦਾ ਉਹ ਹਰ ਸਬਜੈਕਟ ਪੜ੍ਹ ਸਕਦਾ। ਹਾਂਜੀ।
ਮਤਲਬ ਕਿ ਉਹ ਸਬਜੈਕਟ ਦੇ ਵਿੱਚ ਮੁਹਾਰਤ ਜਿਹੜੀ ਹੈਗੀ ਹੈ ਉਹ ਬੜੀ। ਇੱਕ ਵਿਦਿਆਰਥੀ ਸੀ, ਉਸ ਨੂੰ ਲਾਤੀਨੀ ਔਖੀ ਲੱਗਦੀ ਸੀ। ਉਹ ਆਪਣੇ ਫਾਦਰ ਨੂੰ ਕਹਿੰਦਾ ਮੈਂ ਨਹੀਂ ਪੜ੍ਹਨਾ ਹੈਗਾ। ਕਹਿੰਦਾ ਜੇ ਨਹੀਂ ਪੜ੍ਹਨਾ ਤਾਂ ਫਿਰ ਮੇਰੇ ਨਾਲ ਖੇਤ ਆਇਆ ਕਰ। ਉਹ ਖੇਤ ਜਾਣ ਲੱਗ ਪਿਆ। ਖੇਤ ਜਾਣ ਲੱਗ ਪਿਆ ਅਤੇ ਉੱਥੇ ਮਿੱਟੀ ਦੇ ਵਿੱਚ ਕੰਮ ਕਰਨਾ ਪੈਂਦਾ। ਉਹ ਚਿੱਕੜ ਦੇ ਵਿੱਚ 2-3 ਦਿਨ ਇਵੇਂ ਹੋਇਆ। ਉਹਨੇ ਮਨ 'ਚ ਖਿਆਲ ਆਇਆ ਵੀ ਲਾਤੀਨੀ ਇੰਨੀ ਔਖੀ ਤਾਂ ਨਹੀਂ ਹੈਗੀ ਜਿੰਨਾ ਇਹ ਕੰਮ। ਇਹ ਬੜੀ ਵੱਡੀ ਗੱਲ ਹੈਗੀ ਆ। ਇੱਕ ਵਿਦਿਆਰਥੀ ਸੀਗਾ, ਉਹ ਸਕੂਲ ਨਹੀਂ ਸੀ ਜਾਣਾ ਚਾਹੁੰਦਾ ਹੁੰਦਾ ਅਤੇ ਉਹਦੀ ਕਿਤੇ ਕੋਈ ਲੱਤ ਟੁੱਟ ਗਈ, ਉਹਨੂੰ ਘਰ ਰਹਿਣਾ ਪਿਆ। ਬਾਕੀ ਬੱਚੇ ਜਿਹੜੇ ਸੀ ਨਾ, ਉਹ ਸਕੂਲ ਜਾਂਦੇ ਹੋਏ ਨੂੰ ਵੇਖਦਾ ਹੁੰਦਾ ਸੀ ਉਹ, ਅਤੇ ਉਹ ਕਈ ਉਹਨੂੰ ਰਸਤੇ ਵਿੱਚ ਜਾ ਕੇ ਬੁਲਾ ਕੇ ਵੀ ਜਾਂਦੇ ਸੀਗੇ। ਅਤੇ ਜਦੋਂ ਉਹ 10-12 ਦਿਨ ਉਹ ਇਵੇਂ ਰਿਹਾ ਅਤੇ ਉਸ ਦਾ ਦਿਲ ਕਰਨ ਲੱਗ ਪਿਆ ਕਿ ਮੈਂ ਵੀ ਸਕੂਲ ਜਾਵਾਂ, ਇਹਨਾਂ ਵਾਂਗੂ ਜਾਵਾਂ। ਸੋ ਕਹਿਣ ਤੋਂ ਭਾਵ ਹੈਗਾ ਕਿ ਉਸ ਗੱਲ ਨੇ ਉਹਦੇ ਮਨ ਦੇ ਵਿੱਚ ਜਿਹੜੀ ਸਕੂਲ ਪ੍ਰਤੀ ਵਿਰੋਧਤਾ ਸੀ ਨਾ, ਉਹ ਦੂਰ ਕਰ ਦਿੱਤੀ। ਬਿਲਕੁਲ, ਉਹ ਦੂਰ ਕਰ ਦਿੱਤੀ। ਸੋ ਇਸ ਤਰ੍ਹਾਂ ਉਹ ਸਮੱਸਿਆਵਾਂ ਨੂੰ ਹੱਲ ਕਰਦੇ ਹੈਗੇ। ਕਹਿਣ ਤੋਂ ਭਾਵ ਹੈ ਇਹ ਕਈ ਵਾਰੀ ਮਰੀਜ਼ਾਂ ਨੂੰ ਉੱਥੇ ਕੀ ਕਰਦੇ ਹੈਗੇ ਆ ਕਿ ਇੱਕ ਮਰੀਜ਼ ਨੂੰ ਇੱਕ ਗਮਲਾ ਦੇ ਦਿੱਤਾ, ਉਹਦੇ ਵਿੱਚ ਫੁੱਲ ਲੱਗਿਆ ਹੋਇਆ। ਉਸ ਗਮਲੇ ਦੀ ਦੇਖਭਾਲ ਕਰਨਾ ਉਸ ਮਰੀਜ਼ ਦੀ ਜ਼ਿੰਮੇਵਾਰੀ ਹੈ। ਹਾਂਜੀ, ਉਹ ਮਰੀਜ਼ ਨੂੰ ਇੱਕ ਕੰਮ ਮਿਲ ਗਿਆ, ਉਹਦੇ ਵਾਸਤੇ ਉਹ ਇੱਕ ਹੌਬੀ ਬਣ ਗਈ। ਉਸ ਨਾਲ ਉਹ ਮਰੀਜ਼ ਠੀਕ ਹੋਣ ਲੱਗ ਪਿਆ। ਸੋ ਇਹ ਢੰਗ ਵਰਤਣਾ ਜਿਹੜਾ ਨਾ, ਦਿੱਤਾ ਤਾਂ ਉਹਨੂੰ ਗਮਲਾ ਅਤੇ ਉਹਦੇ ਨਾਲ ਉਹ ਠੀਕ ਹੋਣ ਲੱਗ ਪਿਆ। ਸੋ ਇਸ ਤਰ੍ਹਾਂ ਉਸ ਨੇ ਉਹ ਸਾਰਾ ਕੁਝ ਜਿਹੜਾ ਸੀਗਾ ਉਹਦੀ ਬਦਲ ਗਈ। ਕਹਿਣ ਤੋਂ ਭਾਵ ਉਹ ਨਵੇਂ ਤਜਰਬੇ ਕਰਦੇ ਹਾਂ। ਸਾਡੇ ਦੇਸ਼ ਦੇ ਵਿੱਚ ਅਸੀਂ ਪਈ ਹੋਈ ਲੀਹ 'ਤੇ ਚੱਲਣਾ ਪਸੰਦ ਕਰਦੇ ਹੈਗੇ ਹਾਂ। ਇੱਥੇ ਕੁਝ ਨਵਾਂ ਕਰੋਗੇ, ਉਹ ਨਵੇਂ ਦੀ ਪ੍ਰਸ਼ੰਸਾ ਹੋਣੀ ਚਾਹੀਦੀ ਹੈ। ਹੁਣ ਫੈਕਟਰੀਆਂ ਦੇ ਵਿੱਚ ਉਹਨਾਂ ਬੰਦਿਆਂ ਨੂੰ ਲਾਇਆ ਜਾਂਦਾ ਜਿਹੜੇ ਆਪਣੇ ਬਿਜ਼ਨਸ ਦੇ ਵਿੱਚ ਫੇਲ ਹੋਏ ਹੁੰਦੇ ਆ, ਕਿਉਂਕਿ ਉਹ ਜਾਣਦੇ ਹੁੰਦੇ ਆ ਕਿ ਕਾਮਯਾਬੀ, ਜਿਹੜਾ ਬੰਦਾ ਹਾਰਦਾ ਹੈ ਨਾ, ਉਸ ਨੂੰ ਪਤਾ ਹੁੰਦਾ ਵੀ ਜਿੱਤਣਾ ਕਿਵੇਂ ਹੈ, ਪਰੰਤੂ ਉਹ ਜਿੱਤਿਆ ਨਹੀਂ ਹੁੰਦਾ, ਹਾਰਿਆ ਹੁੰਦਾ। ਹਾਰੇ ਹੋਏ ਬੰਦੇ ਨੂੰ ਬਹੁਤ ਕੁਝ ਪਤਾ ਹੁੰਦਾ। ਉਹ ਹਾਰੇ ਹੋਏ ਬੰਦਿਆਂ ਨੂੰ ਜਾਂ ਅਸਫਲ ਬੰਦਿਆਂ ਨੂੰ ਲਾ ਕੇ ਉਹਨਾਂ ਨੂੰ ਆਪਣੀ ਕਾਮਯਾਬੀ ਦੇ ਵਿੱਚ ਸ਼ਾਮਲ ਕਰਦੇ ਹੈਗੇ। ਸੋ ਇਸ ਤਰ੍ਹਾਂ ਜਿਹੜਾ ਵੇਖਣ ਦੀ ਗੱਲ ਹੈਗੀ ਹੈ, ਇੱਕ ਜਗ੍ਹਾ 'ਤੇ 2 ਪਾਰਟਨਰ ਸੀ, ਉਹਨਾਂ ਨੂੰ 10 ਲੱਖ ਦਾ ਫਾਇਦਾ ਹੋਇਆ ਸਾਲ ਦੇ ਵਿੱਚ। ਇੱਕ ਬੜਾ ਖੁਸ਼ ਸੀ ਕਿਉਂਕਿ ਉਹਦੀ ਆਸ 8 ਲੱਖ ਸੀ ਅਤੇ ਉਹਨੂੰ 10 ਲੱਖ ਦਾ ਫਾਇਦਾ ਹੋਇਆ। ਦੂਜਾ ਜਿਹੜਾ ਸੀ ਉਹ ਉਦਾਸ ਸੀ, ਉਹਦੀ ਆਸ 15 ਲੱਖ ਸੀ, ਉਹਨੂੰ 10 ਲੱਖ ਦਾ ਹੋਇਆ, ਮਤਲਬ ਉਹਨੂੰ ਘਾਟਾ ਪੈ ਗਿਆ ਲੱਗਦਾ। ਸੋ ਸਫਲਤਾ ਅਤੇ ਅਸਫਲਤਾ ਵੇਖਣ ਦੇ ਨਜ਼ਰੀਏ, ਆਸ਼ਾ ਅਤੇ ਨਿਰਾਸ਼ਾ ਉਹ ਤੁਹਾਡੇ ਕੋਲ ਹੈ। ਮਤਲਬ ਠੀਕ ਤਰੀਕਾ ਇਹ ਹੈਗਾ ਕਿ 8 ਲੱਖ ਦਾ ਹੋਇਆ, ਕੋਈ ਨਹੀਂ, ਅਗਲੀ ਵਾਰੀ 15 ਲੱਖ ਦਾ ਵੀ ਹੋ ਜਾਏਗਾ। ਸੋ ਇਸ ਤਰ੍ਹਾਂ ਜਿਹੜਾ ਨਾ, ਉਹ ਬੰਦੇ ਦੇ ਵਿੱਚ ਚੜ੍ਹਦੀ ਕਲਾ ਵਾਲਾ ਗੁਣ ਲਿਆਉਣਾ ਜਿਹੜਾ ਹੈਗਾ, ਕੋਈ ਗੱਲ ਨਹੀਂ ਚਲੋ। ਇੱਕ ਸ਼ਿਪ ਸੀ, ਡੁੱਬ ਰਿਹਾ ਸੀ, ਉਹਦਾ ਕਪਤਾਨ ਸੀ, ਭੁੱਖੇ ਵੀ ਸੀ ਉਹ ਬੰਦੇ ਸਾਰੇ। ਉਹਦੇ ਕੋਲ ਇੱਕ ਪੈਕਟ ਸੀ ਬਿਸਕੁਟਾਂ ਦਾ, ਉਹਨੇ ਸਾਰਾ ਨਹੀਂ ਖਾਧਾ, ਆਪ ਹੈ ਉਹਦਾ ਸੀ, ਉਹਨੇ ਬਚਾ ਕੇ ਰੱਖਿਆ ਹੋਇਆ ਸੀ, ਅਤੇ ਉਹਨੇ ਇੱਕ ਬਿਸਕੁਟ ਵੰਡ ਦਿੱਤਾ। ਉਹ ਇਸ ਨਾਲ ਹੀ ਉਹ ਜਿਹੜੇ ਸੀ ਨਾ, ਕਹਿੰਦੇ ਅਸੀਂ ਬਚਾਵਾਂਗੇ ਸ਼ਿਪ ਨੂੰ। ਸੋ ਤੁਸੀਂ ਢੰਗ ਕੀ ਵਰਤਦੇ ਹੈਗੇ ਹੋ, ਉਹਦੇ 'ਤੇ ਨਿਰਭਰ ਕਰਦਾ। ਉਸ ਨਾਲ ਜਿਹਨੂੰ ਕਹਿੰਦੇ ਹੈਗੇ ਆ, ਜ਼ਿੰਦਗੀ ਬਦਲ ਜਾਂਦੀ ਹੈ। ਬਸ ਇੱਕ ਲੀਹ 'ਤੇ ਪੈਣਾ ਹੁੰਦਾ ਹੈਗਾ, ਉਸ ਲੀਹ 'ਤੇ ਪੈ ਜਾਓਗੇ ਤਾਂ ਫਿਰ ਕਮਾਲ ਹੋ ਜਾਂਦੀ ਹੈ। ਬਿਲਕੁਲ, ਸ਼ੁਕਰੀਆ ਸਰ। ਹੁਣ ਆਪਾਂ ਅਗਲੀ ਮੁਲਾਕਾਤ 'ਚ ਮਿਲਾਂਗੇ। ਤੁਸੀਂ ਸੁਣ ਹੀ ਲਿਆ, ਪਰ ਮੈਨੂੰ ਲੱਗਦਾ ਹੁੰਦਾ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਆ, ਉਹਦੇ 'ਚ ਥੋੜ੍ਹੀਆਂ ਜਿਹੀਆਂ ਗਲਤੀਆਂ ਜ਼ਰੂਰ ਨੇ। ਜਿਹੜੇ ਸਰਕਾਰੀ ਅਧਿਆਪਕ ਨੇ, ਉਹਨਾਂ ਨੂੰ ਬਹੁਤ ਜ਼ਿਆਦਾ ਚੰਗੀਆਂ ਤਨਖਾਹਾਂ ਮਿਲਦੀਆਂ ਨੇ, ਪਰ ਉਹਨਾਂ ਦਾ ਕਹਿਣਾ ਹੁੰਦਾ ਕਿ ਉਹਨਾਂ ਨੂੰ ਵਿਦਿਆਰਥੀ ਉਨੇ ਚੰਗੇ ਨਹੀਂ ਮਿਲਦੇ ਜਿਨ੍ਹਾਂ ਕੋਲ ਬਹੁਤ ਸਾਰੀਆਂ ਸਹੂਲਤਾਂ ਹੁੰਦੀਆਂ ਨੇ। ਜੋ ਸਕੂਲਾਂ ਦੇ ਵਿੱਚ ਪੜ੍ਹਾਇਆ ਜਾਂਦਾ, ਵਿਦਿਆਰਥੀ ਉਹਦਾ ਦੁਹਰਾ ਨਹੀਂ ਕਰਦੇ। ਅਤੇ ਪ੍ਰਾਈਵੇਟ ਸੈਕਟਰ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਫੀਸਾਂ ਪੇ ਕਰਦੇ ਹਾਂ, ਪਰ ਉੱਥੇ ਅਧਿਆਪਕਾਂ ਦੀ ਇੱਕ ਪ੍ਰੋਬਲਮ ਹੁੰਦੀ ਹੈ ਕਿ ਮੰਨੋ ਚਾਹੇ ਨਾ ਮੰਨੋ,
ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜੀਆਂ ਤਨਖਾਹਾਂ ਨੇ ਉਹ ਇੰਨੀਆਂ ਘੱਟ ਨੇ ਕਿ ਮੈਨੂੰ ਲੱਗਦਾ ਕਿ ਬਹੁਤ ਘੱਟ ਤਨਖਾਹ ਹੋਣ ਕਰਕੇ ਅਧਿਆਪਕ ਕੋਲੇ ਉਤਸ਼ਾਹ ਹੀ ਨਹੀਂ ਬਚਦਾ ਕਿ ਉਹ ਵਿਦਿਆਰਥੀ ਨੂੰ ਕੁਝ ਨਵਾਂ ਸਿਖਾਵੇ ਜਾਂ ਨਵਾਂ ਪੜ੍ਹਾਵੇ। ਤਾਂ ਇਸ ਚੀਜ਼ ਵੱਲ ਵੀ ਸਾਡੀਆਂ ਸਰਕਾਰਾਂ ਨੂੰ ਜਾਂ ਸਾਡੇ ਮੁਲਕ ਦੇ ਜੋ ਅਹੁਦੇਦਾਰ ਨੇ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ। ਮਾਪੇ ਹੋਣ ਦੇ ਨਾਤੇ ਅਸੀਂ ਖੁਦ ਮਹਿਸੂਸ ਕਰਦੇ ਹਾਂ ਕਿ ਜੋ ਗਿਆਨ ਸਾਨੂੰ ਸਕੂਲਾਂ ਨੇ ਦਿੱਤਾ ਉਹ ਸਾਡੇ ਬੱਚਿਆਂ ਨੂੰ ਅੱਜ ਨਹੀਂ ਮਿਲ ਰਿਹਾ। ਛੋਟੀ ਜਿਹੀ ਮੈਂ ਇੱਕ ਚੀਜ਼ ਤੁਹਾਡੇ ਨਾਲ ਸਾਂਝੀ ਕਰਦੀ ਹਾਂ ਕਿ ਇੱਕ ਦਿਨ ਮੈਂ ਤੇ ਮੇਰੀ ਬੇਟੀ ਕੱਪੜੇ ਸੁੱਕਣੇ ਪਾ ਰਹੇ ਸੀ ਤਾਂ ਮੈਂ ਉਹਨੂੰ ਸਮਝਾਇਆ ਕਿ ਜਿਹੜੇ ਛੋਟੇ ਕੱਪੜੇ ਨੇ ਉਹ ਬਿਲਕੁਲ ਘਰ ਦੀ ਕੰਧ ਦੇ ਨਾਲ ਹੋਣੇ ਚਾਹੀਦੇ ਆ ਤਾਂ ਜੋ ਉੱਡ ਕੇ ਕਿਸੇ ਗੁਆਂਢ ਦੇ ਘਰ ਨਾ ਜਾਣ। ਤਾਂ ਉਹਨੇ ਬੜੀ ਹੈਰਾਨੀ ਪ੍ਰਗਟ ਕੀਤੀ ਇਸ ਚੀਜ਼ 'ਤੇ ਅਤੇ ਮੈਨੂੰ ਦੱਸਿਆ ਕਿ ਮੰਮਾ ਜੇ ਸਾਨੂੰ ਸਕੂਲਾਂ 'ਚ ਇਹ ਚੀਜ਼ਾਂ ਸਿਖਾਈਆਂ ਜਾਣ ਤਾਂ ਕਿੰਨੀਆਂ ਚੰਗੀਆਂ ਨੇ। ਅੱਗੇ ਸਾਨੂੰ ਸਕੂਲਾਂ 'ਚ ਇਹ ਸਭ ਕੁਝ ਸਿਖਾਇਆ ਜਾਂਦਾ ਸੀ ਕਿ ਤੁਹਾਡੇ ਘਰ ਮਹਿਮਾਨ ਆਉਂਦਾ ਤਾਂ ਤੁਸੀਂ ਉਹਨੂੰ ਕਿਵੇਂ ਮਿਲਣਾ, ਵੱਡਿਆਂ ਦਾ ਆਦਰ ਤੁਸੀਂ ਕਿਵੇਂ ਕਰਨਾ, ਜਾਂ ਛੋਟੇ ਛੋਟੇ ਲੇਖਾਂ ਦੇ ਜ਼ਰੀਏ ਸਾਨੂੰ ਕਈ ਵਾਰ ਲਿਖਣ ਕਲਾ ਵੀ ਸਿਖਾਈ ਜਾਂਦੀ ਸੀ। ਜਿਵੇਂ ਸਰ ਨੇ ਕਿਹਾ ਕਿ ਤੁਹਾਨੂੰ ਤੁਹਾਡਾ ਕੋਈ ਅਧਿਆਪਕ ਜ਼ਰੂਰ ਯਾਦ ਹੁੰਦਾ। ਬਿਲਕੁਲ ਮੈਨੂੰ ਕੋਈ ਨਹੀਂ ਯਾਦ ਕਿ ਮੈਨੂੰ ਮੈਥ ਕਿਹਨੇ ਪੜ੍ਹਾਇਆ ਸੀ, ਸਾਇੰਸ ਕਿਹਨੇ ਪੜ੍ਹਾਈ ਜਾਂ ਅੰਗਰੇਜ਼ੀ ਕਿਹਨੇ ਪੜ੍ਹਾਈ। ਮੈਨੂੰ ਮੇਰੇ ਇੱਕ ਅਧਿਆਪਕ ਯਾਦ ਨੇ, ਸੁਖਦੇਵ ਸਿੰਘ ਉਹਨਾਂ ਦਾ ਨਾਂ ਸੀ, ਜਿਨ੍ਹਾਂ ਨੇ ਮੈਨੂੰ ਕਿਹਾ ਸੀਗਾ ਕਿ ਜੇ ਤੇਰੇ 'ਚ ਲਿਖਣ ਦੀ ਇੱਛਾ ਤਾਂ ਤੂੰ ਕਿਸੇ ਦੇ ਉੱਪਰ ਵੀ ਆਪਦੇ ਕਿਸੇ ਘਰ ਦੇ ਜੀਅ ਦੇ ਉੱਪਰ ਇੱਕ ਲੇਖ ਲਿਖ ਕੇ ਲਿਆ। ਅਤੇ ਮੈਨੂੰ ਉਹ ਲੇਖ ਅੱਜ ਤੱਕ ਵੀ ਯਾਦ ਹੈ ਕਿ ਮੈਂ ਕਿਹਦੇ 'ਤੇ ਲਿਖਿਆ ਅਤੇ ਮੈਂ ਉਹਦੇ 'ਤੇ ਕੀ ਲਿਖਿਆ ਸੀ। ਅੱਥਰੇ ਘੋੜੇ ਦਾ ਸਵਾਰ ਆ ਜਿਹੜਾ ਉਹ ਬਹਾਦਰ ਹੋਣਾ ਚਾਹੀਦਾ ਅਤੇ ਅਧਿਆਪਕ ਬਿਲਕੁਲ ਇਸੇ ਤਰ੍ਹਾਂ ਦਾ ਹੋਣਾ ਚਾਹੀਦਾ। ਉਹਨੂੰ ਪਤਾ ਹੋਣਾ ਚਾਹੀਦਾ ਕਿ ਉਹਦੇ ਵਿਦਿਆਰਥੀ ਨੂੰ ਇਕੱਲਾ ਗਿਆਨ ਨਹੀਂ ਚਾਹੀਦਾ, ਜੋ ਉਹਦੇ ਅੰਦਰ ਹੁਨਰ ਆ ਉਸ ਚੀਜ਼ ਨੂੰ ਵੀ ਅਧਿਆਪਕ ਨੂੰ ਜ਼ਰੂਰ ਪਛਾਣਨਾ ਚਾਹੀਦਾ ਤਾਂ ਜੋ ਕੱਲ੍ਹ ਨੂੰ ਤੁਸੀਂ ਮਾਣ ਨਾ ਕਹਿ ਸਕੋ ਕਿ ਇਹ ਬੰਦਾ ਮੇਰਾ ਵਿਦਿਆਰਥੀ ਹੈ। ਸੋ ਅਗਲੀ ਵਾਰ ਆਪਾਂ ਅਗਲੀ ਮੁਲਾਕਾਤ ਦੇ ਵਿੱਚ ਇੱਕ ਹੋਰ ਵਿਸ਼ਾ ਲੈ ਕੇ ਆਵਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।